ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ। ਅੱਜ ਤੁਹਾਨੂੰ ਕੰਪਿਊਟਰ ਦੇ ਲੈਕਚਰ ਮਿਲਣਗੇ, ਠੀਕ ਹੈ ਜੀ। ਅਤੇ ਇੱਕ ਲਾਈਨ ਗ੍ਰਾਫ ਦਾ ਅਤੇ ਬਾਰ ਗ੍ਰਾਫ ਦਾ ਸ਼ਾਮ ਤੱਕ, ਠੀਕ ਹੈ। ਸਾਰਾ ਕੁਛ ਪ੍ਰੋਵਾਈਡ ਕਰਵਾ ਦੂੰਗਾ ਮੈਂ। ਅਤੇ ਐਡਮਿਟ ਕਾਰਡ ਤੁਹਾਡੇ ਲਾਂਚ ਹੋ ਚੁੱਕੇ। ਜਿਹੜੇ ਬੱਚੇ ਨੇ ਐਡਮਿਟ ਕਾਰਡ ਨਹੀਂ ਦੇਖੇ ਉਹ ਦੇਖ ਲੈਣ ਭਾਈ, ਠੀਕ ਹੈ। ਉਹਦੇ ਵਾਸਤੇ ਵੀਡੀਓ ਬਣਾਤੀ ਮੈਂ। ਅਤੇ ਹੋਰ ਬਸ ਇਹੀ ਗੱਲ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਅਤੇ ਸ਼ੇਅਰ ਕਰੋ ਅਤੇ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਭਾਈ, ਠੀਕ ਹੈ। ਅਤੇ ਹੁਣ ਬੱਚੋ ਜਿਹੜੀ ਗੱਲ ਕਰਨ ਲੱਗਿਆ ਉਹ 'ਚ ਕਰਨ ਲੱਗਿਆ ਇਹ ਹੈਗਾ ਪਾਰਟ ਨੰਬਰ 1 ਮੈਰਾਥਨ ਕਲਾਸ ਹੈ ਇਹ। ਪਾਰਟ ਨੰਬਰ 1 ਜੇ ਤੁਸੀਂ ਕਹੋ ਤਾਂ ਪਾਰਟ ਨੰਬਰ ਤੁਹਾਨੂੰ 2 ਵੀ ਕਰਵਾ ਦੂੰਗਾ। ਉਹ ਤੁਹਾਡੇ ਸਾਰੇ ਜੇ ਤੁਸੀਂ ਕਰ ਸਕਦੇ ਹੋ ਤਾਂ ਪਾਰਟ ਨੰਬਰ 2 ਵੀ ਇਹ 'ਚ ਤੁਹਾਨੂੰ 100 MCQ ਕਵਰ ਕਰਵਾ ਦੂੰਗਾ ਅਤੇ 100 MCQ ਇਹਦੇ 'ਚ ਕਵਰ ਕਰਵਾ ਦੂੰਗਾ ਮੈਂ, ਠੀਕ ਹੈ। ਵੈਸੇ ਤੁਹਾਨੂੰ ਪਤਾ ਹੀ ਹੈ ਕਿ 300 MCQ ਦਾ ਜੇ ਆਪਾਂ ਕਿਸੇ ਤੋਂ ਵੀ ਕੋਰਸ ਲੈਂਦੇ ਹਾਂ ਘੱਟੋ ਘੱਟ 400-500 ਦਾ ਕੋਰਸ ਮਿਲਦਾ ਹੈਗਾ, ਠੀਕ ਹੈ। ਕਿ 400-500 ਦੀ 200-300 ਦਾ ਪੱਕਾ ਹੀ ਹੈ। ਤਾਂ ਕਰਕੇ ਮੈਂ ਤੁਹਾਨੂੰ ਬਿਲਕੁਲ ਸਹੀ ਫ੍ਰੀ ਪ੍ਰੋਵਾਈਡ ਕਰਵਾਊਂਗਾ 300 MCQ, ਠੀਕ ਹੈ। ਇਸ ਤੋਂ ਬਾਅਦ ਜਿਹੜੇ ਬੱਚਿਆਂ ਨੂੰ ਇੱਕ ਮੈਂ ਕਰਵਾਇਆ ਹੋਇਆ MS Word ਦਾ ਲੈਕਚਰ ਲੱਗਿਆ ਹੋਇਆ ਪੰਜਾਬ ਪੁਲਿਸ ਵਾਲਿਆਂ ਦਾ, ਠੀਕ ਹੈ। ਅਤੇ ਜੇਲ੍ਹ ਬਾਰਡਰ ਆਉਂਦੀ ਸੀ ਪੰਜਾਬ ਪੁਲਿਸ ਵਾਲਿਆਂ ਦਾ ਵੈਸੇ। ਅਤੇ ਜਾਂ ਜੋ ਕੋਈ ਐਗਜ਼ਾਮ ਦਾ ਪੇਪਰ ਦੇਣਾ ਬੱਚਿਆਂ ਨੇ ਉਹ ਜਾ ਕੇ 1 ਵਜੇ ਦਾ MS Word ਉਹ ਚੈੱਕ ਕਰ ਲਓ ਤੁਸੀਂ। ਉਹਦੇ 'ਚ ਮੈਂ ਸ਼ਾਰਟਕਟ ਕੀਆਂ ਵੀ ਕਰਵਾਈਆਂ ਹੋਈਆਂ ਹੋਰ ਵੀ, ਅਤੇ ਪਾਵਰ ਪੁਆਇੰਟ ਅਤੇ ਐਕਸਲ ਉਹ ਤੁਹਾਨੂੰ ਮੈਂ ਅੱਜ ਕਰਵਾ ਦੂੰਗਾ, ਠੀਕ ਹੈ। ਅਤੇ ਬਾਕੀ ਦੇਖੋ ਸਾਰੇ ਬੱਚਿਆਂ ਨੇ ਧਿਆਨ ਨਾਲ ਆਪਰੇਸ਼ਨ ਕਰਨੇ ਆ, ਕੋਈ ਜਲਦਬਾਜ਼ੀ ਵਾਲੀ ਗੱਲ ਨਹੀਂ। ਦੇਖੋ WWW ਦਾ ਕੀ ਮਤਲਬ ਹੈ? WWW ਦਾ ਮਤਲਬ ਹੈਗਾ ਵਰਲਡ ਵਾਈਡ ਵੈਬ, B ਨੰਬਰ ਆਪਸ਼ਨ, ਠੀਕ ਹੈ ਜੀ। ਇਹ ਗੱਲ ਯਾਦ ਰੱਖਣੀ, ਪੰਜਾਬੀ 'ਚ ਵੀ ਆਉਣਗੇ ਅਤੇ ਇੰਗਲਿਸ਼ ਦੇ ਵਿੱਚ ਵੀ ਆਉਣਗੇ। ਅਤੇ ਕਿਸੇ ਵੀ ਬੱਚੇ ਨੇ ਇਹ ਗੱਲ ਨਹੀਂ ਕਹਿਣੀ ਕਿ ਜੀ ਇੰਗਲਿਸ਼ ਦੇ ਵਿੱਚ ਕਰਵਾ ਅਤੇ ਸਾਨੂੰ ਪੰਜਾਬੀ ਦੇ ਵਿੱਚ ਚਾਹੀਦਾ। ਪੁੱਤੋ ਜਿਹੜਾ ਕੰਪਿਊਟਰ ਇਹੋ ਜਿਹੀ ਚੀਜ਼ ਹੈ ਜੋ ਸਿਰਫ ਅਤੇ ਸਿਰਫ ਅੰਗਰੇਜ਼ੀ 'ਚ ਹੀ ਹੋਊਗੀ, ਠੀਕ ਹੈ। ਬਿਲਕੁਲ ਸੌਖੇ ਸ਼ਬਦ ਆ, ਬਿਲਕੁਲ ਪੰਜਾਬੀ ਨੂੰ ਕਰਵਾਊਂਗਾ ਤੁਹਾਨੂੰ ਮੈਂ, ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ। ਕਿਉਂਕਿ ਕੰਪਿਊਟਰ ਤਾਂ ਜਮੀ ਸੌਖਾ ਹੁੰਦਾ, ਪੰਜਾਬੀ ਲੈਵਲ 'ਤੇ ਹੁੰਦਾ ਇਹ। ਦੇਖੋ ਵਿਚ ਇਜ਼ ਫੋਲੋਇੰਗ ਆਰ ਕੰਪੋਨੈਂਟ ਆਫ ਸੈਂਟਰਲ ਪ੍ਰੋਸੈਸਿੰਗ ਯੂਨਿਟ CPU ਕੀ ਹੁੰਦਾ? ਕੰਪਿਊਟਰ ਦਾ ਬ੍ਰੇਨ ਆਫ ਕੰਪਿਊਟਰ ਕਿਹਨੂੰ ਕਹਿੰਦੇ ਆਪਾਂ? ਬ੍ਰੇਨ ਆਫ ਕੰਪਿਊਟਰ ਕਿਹਨੂੰ ਕਹਿੰਦੇ ਆ? CPU ਨੂੰ। ਅਤੇ ਹਾਰਟ ਆਫ ਕੰਪਿਊਟਰ ਕਿਹਨੂੰ ਕਹਿੰਦੇ ਆ? ਮਾਈਕਰੋ ਪ੍ਰੋਸੈਸਰ ਨੂੰ। ਇਹ ਗੱਲਾਂ ਯਾਦ ਰੱਖਿਆ ਕਰੋ। ਕਹਿੰਦੇ CPU ਦੇ ਵਿੱਚ ਇਹਨਾਂ ਦੇ ਵਿੱਚੋਂ ਕਿਹੜੇ ਕੰਪੋਨੈਂਟ ਆ ਜਾਂਦੇ ਆ? ਅਰਥਮੈਟਿਕ ਲੌਜਿਕ ਯੂਨਿਟ ਜਿਹਨੂੰ ਆਪਾਂ ALU ਕਹਿੰਦੇ ਨੇ, ਵੈਰੀ ਇੰਪੋਰਟੈਂਟ ਆਪਣੇ ਕੰਪਿਊਟਰ ਦੇ ਵਿੱਚ। ਜੋੜ, ਘਟਾਓ, ਭਾਗ, ਗੁਣਾ, ਠੀਕ ਹੈ। ਜੋੜ, ਘਟਾਓ, ਭਾਗ, ਗੁਣਾ ਆਪਾਂ ਕੁਛ ਵੀ ਕਰਨਾ ਉਹ ਸਾਰਾ ਕੁਛ ਕਾਹਦੇ 'ਚ ਹੁੰਦਾ ALU 'ਚ ਹੁੰਦਾ ਬੱਚਿਓ, ਠੀਕ ਹੈ। ਇਹ ਗੱਲ ਯਾਦ ਰੱਖਣੀ, ਸਾਰਾ ਕੁਛ ਕਿੱਥੇ ਹੁੰਦਾ ਇਹ ALU 'ਚ ਹੁੰਦਾ ਜੋੜ, ਘਟਾਓ, ਪਲੱਸ ਮਾਈਨਸ। ਓਕੇ, ਇੱਕ ਗੱਲ ਤਾਂ ਕਲੀਅਰ ਹੋ ਗਈ ਆਪਾਂ ਨੂੰ ALU ਕਿੱਥੇ ਹੁੰਦਾ। ਦੂਸਰੀ ਗੱਲ ਕਹਿੰਦੇ ਜਿਹੜਾ ਆਪਣਾ CPU ਹੁੰਦਾ ਉਹਦੇ ਵਿੱਚ ਇਹਨਾਂ ਦੇ ਵਿੱਚ ਕਿਹੜੇ ਕੰਪੋਨੈਂਟ ਹੁੰਦੇ ਆ ਬੱਚੋ? CPU ਦੇ ਵਿੱਚ ਮੇਨ ਹੁੰਦੇ ਆ ALU ਐਂਡ ਕੰਟਰੋਲ ਯੂਨਿਟ। ਕੰਟਰੋਲ ਯੂਨਿਟ ਦੇ ਵਿੱਚ ਹੀ ਸਾਰੀਆਂ ਚੀਜ਼ਾਂ ਆ ਜਾਂਦੀਆਂ, ਠੀਕ ਹੈ। 2 ਚੀਜ਼ਾਂ ਮੇਨ ਹੁੰਦੀਆਂ ਜਿਹੜੀਆਂ ਕਿ ਸੈਂਟਰਲ ਪ੍ਰੋਸੈਸਿੰਗ ਯੂਨਿਟ ਦੇ ਵਿੱਚ ਆਉਂਦੀਆਂ ਹੈਗੀਆਂ। ਵੈਰੀ ਇੰਪੋਰਟੈਂਟ ਆਪਰੇਸ਼ਨ ਹੈ ਇਹ, ਠੀਕ ਹੈ। B ਨੰਬਰ ਆਪਸ਼ਨ ਇਹਦਾ ਆਨਸਰ ਹੈ। ਇਸ ਤੋਂ ਬਾਅਦ ਅਗਲਾ ਵਿੱਚ ਅਮੰਗ ਫੋਲੋਇੰਗ ਫਸਟ ਜਨਰੇਸ਼ਨ ਕੰਪਿਊਟਰ, ਕਹਿੰਦੇ ਜਿਹੜੇ ਫਸਟ ਜਨਰੇਸ਼ਨ ਦੇ ਕੰਪਿਊਟਰ ਸੀ ਆਪਣੇ 5 ਜਨਰੇਸ਼ਨ ਆਈਆਂ ਹੁਣ ਤੱਕ। ਜਿਹੜੇ ਆਪਣੇ ਫਸਟ ਜਨਰੇਸ਼ਨ ਦੇ ਕੰਪਿਊਟਰ ਸੀ ਉਹਨਾਂ ਦੇ ਵਿੱਚ ਕਿਹੜੀ ਚੀਜ਼ ਯੂਜ਼ ਕੀਤੀ ਜਾਂਦੀ ਸੀ? ਵੈਕਿਊਮ ਟਿਊਬ ਅਤੇ ਮੈਗਨੈਟਿਕ ਡਰਮ, ਇੰਟੀਗਰੇਟਡ ਸਰਕਟ, ਮੈਗਨੈਟਿਕ ਟੇਪ ਐਂਡ ਟਰਾਂਜ਼ਿਸਟਰ, ਕਿ ਆਲ ਆਫ ਅਬਵ। ਦੇਖੋ ਜਿਹੜੇ ਪਹਿਲੀ ਜਨਰੇਸ਼ਨ ਦੇ ਕੰਪਿਊਟਰ ਸੀ ਉਹਨਾਂ ਦੇ ਵਿੱਚ ਯੂਜ਼ ਕੀਤੀ ਜਾਂਦੀ ਸੀ ਵੈਕਿਊਮ ਟਿਊਬ ਅਤੇ ਮੈਗਨੈਟਿਕ ਡਰਮ, ਠੀਕ ਹੈ। ਇਸ ਤੋਂ ਬਾਅਦ ਤੀਸਰੀ ਜਨਰੇਸ਼ਨ ਦੇ ਵਿੱਚ ਯੂਜ਼ ਕੀਤੀ ਜਾਂਦੀ ਸੀ IC। ਦੂਸਰੀ ਜਨਰੇਸ਼ਨ ਦੇ ਵਿੱਚ ਯੂਜ਼ ਕੀਤੀ ਜਾਂਦੀ ਟਰਾਂਜ਼ਿਸਟਰ, ਠੀਕ ਹੈ। ਇਹ ਗੱਲ ਯਾਦ ਰੱਖਣੀ ਹੈ। ਤਾਂ ਵੈਕਿਊਮ ਟਿਊਬ ਵਾਲਾ ਆਨਸਰ ਬਿਲਕੁਲ ਸਹੀ ਹੈ। ਫਸਟ ਜਨਰੇਸ਼ਨ ਦੇ ਵਿੱਚ ਇਹ ਵੈਕਿਊਮ ਟਿਊਬ ਯੂਜ਼ ਕੀਤੀਆਂ ਜਾਂਦੀਆਂ ਸੀ। ਹੁਣ ਆਪਾਂ ਚੱਲਦੇ ਅਗਲੇ 'ਤੇ। ਬਟ ਇਹ ਰੈਮ ਕਿੱਥੇ ਹੁੰਦੀ ਹੈ? ਰੈਮ ਦੀ ਫੁੱਲ ਫਾਰਮ ਦੇਖ ਲਓ। ਰੈਮ ਦੀ ਫੁੱਲ ਫਾਰਮ ਹੁੰਦੀ ਹੈ ਰੈਂਡਮ ਐਕਸੈਸ ਮੈਮਰੀ। 2 ਤਰ੍ਹਾਂ ਦੀ ਹੁੰਦੀ ਹੈ, SRAM ਅਤੇ DRAM। ਇਹਨੂੰ ਆਪਾਂ ਕਹਿੰਦੇ ਸਟੈਟਿਕ ਰੈਮ, ਇਹਨੂੰ ਕਹਿੰਦੇ ਆਪਾਂ ਡਾਇਨਾਮਿਕ ਰੈਮ, ਠੀਕ ਹੈ। ਕਹਿੰਦੇ ਜਿਹੜੀ ਇਹ ਕਿੱਥੇ ਹੁੰਦੀ ਹੈ, ਕਿੱਥੇ ਲੋਕੇਟ ਹੁੰਦੀ ਹੈ, ਕਿੱਥੇ ਸਥਿਤੀ ਹੁੰਦੀ ਹੈ ਰੈਮ ਦੀ? ਤਾਂ ਰੈਮ ਭਾਈ ਜਿਹੜੀ ਹੁੰਦੀ ਹੈ ਇਹ ਹੁੰਦੀ ਹੈ ਮਦਰਬੋਰਡ 'ਤੇ ਲੱਗੀ ਹੋਈ ਹੁੰਦੀ ਹੈ। ਇਹ ਗੱਲ ਯਾਦ ਰੱਖਣੀ ਹੈ, ਠੀਕ ਹੈ। ਮਦਰਬੋਰਡ ਦੇ ਉੱਪਰ ਲੱਗੀ ਹੁੰਦੀ ਹੈ ਰੈਮ। ਇਹ ਇਸ ਤਰ੍ਹਾਂ ਹੀ ਹੁੰਦੀ ਹੈ, ਇੱਕ ਐ ਹੁੰਦੀ ਹੈ ਪਲੇਟ ਜੀ ਹੁੰਦੀ ਹੈ ਰੈਮ, ਠੀਕ ਹੈ। ਉਹਦੇ ਉੱਤੇ ਲੱਗੀ ਹੁੰਦੀ ਹੈ, ਇਹ ਗੱਲ ਯਾਦ ਰੱਖਣੀ ਹੈ। ਇਫ ਇਹ ਕੰਪਿਊਟਰ ਹੈਜ਼ ਮੋਰ ਦੈਨ 1 ਪ੍ਰੋਸੈਸਰ ਦੈਨ ਇਜ਼ ਨੋਨ ਐਸ, ਕਹਿੰਦੇ ਆਪਾਂ ਕੰਪਿਊਟਰ ਦੇ ਵਿੱਚ 1 ਤੋਂ ਜ਼ਿਆਦਾ ਪ੍ਰੋਸੈਸਰ ਦੀ ਵਰਤੋਂ ਕਰਦੇ ਆ।
ਕੰਪਿਊਟਰ ਦੇ ਵਿੱਚ ਮੋਰ ਦੈਨ 1 ਪ੍ਰੋਸੈਸਰ, ਤਾਂ ਉਹਨੂੰ ਆਪਾਂ ਕੀ ਕਹਾਂਗੇ, ਜਿਹੜੇ ਇੱਕ ਤੋਂ ਵੱਧ ਪ੍ਰੋਸੈਸਰ ਆ ਜਾਊਗਾ ਉਹਨੂੰ ਆਪਾਂ ਕਹਾਂਗੇ ਮਲਟੀ ਪ੍ਰੋਸੈਸਰ। ਤਾਂ ਮਲਟੀ ਪ੍ਰੋਸੈਸਰ ਦੀ ਆਪਸ਼ਨ ਕਿੱਥੇ ਪਈ ਹੈ, ਆ ਪਈ ਹੈ। ਠੀਕ ਹੈ, ਜੇ ਆਪਾਂ ਇੱਕ ਟਾਈਮ 'ਤੇ ਇੱਕ ਤੋਂ ਵੱਧ ਪ੍ਰੋਗਰਾਮ ਚਲਾਉਣੇ ਆ ਕੰਪਿਊਟਰ 'ਤੇ ਉਹਨੂੰ ਆਪਾਂ ਕਹਿੰਦੇ ਮਲਟੀ ਪ੍ਰੋਪ ਹੈ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਠੀਕ ਹੈ ਜੀ, ਤਾਂ ਜਿਹੜਾ ਮਲਟੀ ਪ੍ਰੋਗਰਾਮ ਕਰ ਇੱਕ ਤੋਂ ਜ਼ਿਆਦਾ ਪ੍ਰੋਗਰਾਮ ਆਪਾਂ ਅਟੈਂਡ ਕਰਨੇ ਫਿਰ ਆਪਾਂ ਉਹਨੂੰ ਮਲਟੀ ਪ੍ਰੋਗਰਾਮ ਕਹਾਂਗੇ। ਜੇ ਪ੍ਰੋਸੈਸਰ ਇੱਕ ਕੰਪਿਊਟਰ ਦੇ ਵਿੱਚ ਇੱਕ ਤੋਂ ਵੱਧ ਪ੍ਰੋਸੈਸਰ ਯੂਜ਼ ਹੋ ਰਹੇ ਉਹਨੂੰ ਆਪਾਂ ਕਹਾਂਗੇ ਮਲਟੀ ਪ੍ਰੋਸੈਸਿੰਗ। ਤਾਂ ਇਹਦਾ ਆਨਸਰ ਹੈਗਾ ਬੀ ਨੰਬਰ ਆਪਸ਼ਨ। ਠੀਕ ਹੈ ਜੀ, ਉਸ ਤੋਂ ਬਾਅਦ ਆ ਗਿਆ ਆਪਾਂ ਅਗਲੇ 'ਤੇ। ਇਫ ਏ ਕੰਪਿਊਟਰ ਪ੍ਰੋਵਾਈਡ ਡਾਟਾਬੇਸ ਸਰਵਿਸ ਟੂ ਅਦਰ ਦੈਨ ਇਟ ਵਿਲ ਬੀ ਨੋਨ। ਕਹਿੰਦੇ ਇਹਨਾਂ ਦੇ ਵਿੱਚੋਂ ਕਿਹੜੇ ਕੰਪਿਊਟਰ ਦੇ ਵਿੱਚ ਉਹ ਚੀਜ਼ ਹੈ ਜਿਹੜੀ ਆਪਾਂ ਨੂੰ ਡਾਟਾਬੇਸ ਸਰਵਿਸ ਪ੍ਰੋਵਾਈਡ ਕਰਦੀ ਹੈ। ਠੀਕ ਹੈ, ਕੰਪਿਊਟਰ ਦੇ ਵਿੱਚ ਕਿਹੜੀ ਚੀਜ਼ ਹੈ ਜਿਹੜੀ ਆਪਾਂ ਨੂੰ ਡਾਟਾਬੇਸ ਸਰਵਿਸ ਪ੍ਰੋਵਾਈਡ ਕਰਦੀ ਹੈ। ਤਾਂ ਇਹ ਕੌਣ ਕਰੂਗਾ, ਡਾਟਾਬੇਸ ਸਰਵਿਸ ਕਿਹੜੀ ਪ੍ਰੋਵਾਈਡ ਕਰੂ, ਵੈਬ ਸਰਵਰ ਤਾਂ ਕੋਈ ਕਰ ਹੀ ਨਹੀਂ ਸਕਦਾ ਡਾਟਾਬੇਸ। ਵੈਬ ਸਰਵਰ ਤਾਂ ਮਤਲਬ ਇਹ ਹੁੰਦਾ ਕਿ ਆਪਾਂ ਵੈਬ ਤੋਂ ਕੋਈ ਚੀਜ਼ ਦੇਖਣੀ ਉਹਦੇ ਵਾਸਤੇ ਵਰਤੇ ਜਾਊਗਾ। ਐਪਲੀਕੇਸ਼ਨ ਸਰਵਰ ਤਾਂ ਕੋਈ ਮਤਲਬ ਹੀ ਨਹੀਂ ਰਿਹਾ। FTP ਇਹਦਾ ਫਾਈਲ ਟਰਾਂਸਫਰ ਪ੍ਰੋਟੋਕੋਲ ਹੈ, ਇਹਦਾ ਫਾਈਲ ਨੂੰ ਟਰਾਂਸਫਰ ਕਰਨ ਵਾਸਤੇ ਵਰਤਿਆ ਜਾਂਦਾ। ਆਪਾਂ ਤੋਂ ਇਹ ਪੁੱਛ ਰਹੇ ਕਿ ਡਾਟਾਬੇਸ ਸਰਵਿਸ ਕੌਣ ਪ੍ਰੋਵਾਈਡ ਕਰਦਾ ਹੈ, ਤਾਂ ਜਿਹੜੀ ਡਾਟਾਬੇਸ ਸਰਵਿਸ ਆਪ ਨੂੰ ਪ੍ਰੋਵਾਈਡ ਕਰੂਗਾ ਉਹ ਕਰੂਗਾ ਡਾਟਾਬੇਸ ਸਰਵਰ। ਸਰਵਰ ਦਾ ਮਤਲਬ ਹੁੰਦਾ ਕੋਈ ਚੀਜ਼ ਆਪਣੇ ਮੂਹਰੇ ਸਰਵ ਕਰ ਰਿਹਾ, ਉਹ ਚੀਜ਼ ਆਪਾਂ ਕਹਾਂਗੇ ਡਾਟਾਬੇਸ ਸਰਵਰ। ਠੀਕ ਹੈ, C ਨੰਬਰ ਆਪਸ਼ਨ ਇਹਦਾ ਬਿਲਕੁਲ ਸਹੀ ਆਨਸਰ ਹੈ। ਵੈਰੀ ਵੈਰੀ ਇੰਪੋਰਟੈਂਟ, ਫੁੱਲ ਫਾਰਮ ਆਫ URL। URL ਦੀ ਫੁੱਲ ਫਾਰਮ ਕੀ ਹੈ, ਯੂਨੀਫਾਰਮ ਰਿਸੋਰਸ ਲੋਕੇਟਰ। A ਨੰਬਰ ਆਪਸ਼ਨ ਬਿਲਕੁਲ ਸਹੀ ਆਨਸਰ ਹੈ ਪੁੱਤਰੋ ਇਹਦਾ। ਠੀਕ ਹੈ, ਯੂਨੀਫਾਰਮ ਰਿਸੋਰਸ ਲੋਕੇਟਰ URL ਦੀ ਫੁੱਲ ਫਾਰਮ ਹੈ। ਹੇਠ ਲਿਖਿਆਂ ਵਿੱਚ ਕਿਸ ਰੂਪ ਦੇ ਵਿੱਚ ਡਾਟਾ ਕੰਪਿਊਟਰ ਵਿੱਚ ਸਟੋਰ ਕੀਤਾ ਜਾਂਦਾ ਹੈ। ਕਹਿੰਦੇ ਹੇਠ ਲਿਖਿਆਂ ਵਿੱਚ ਕਿਹੜੇ ਤਰੀਕੇ ਦੇ ਨਾਲ ਡਾਟਾ ਜਿਹੜਾ ਉਹ ਕੰਪਿਊਟਰ ਦੇ ਵਿੱਚ ਆਪਾਂ ਸਟੋਰ ਕਰਦੇ ਹਾਂ। ਕਹਿੰਦੇ ਡੈਸੀਮਲ ਕਹਿੰਦੇ ਨੇ ਡੈਸੀਮਲ ਦੇ ਫਾਰਮ ਦੇ ਵਿੱਚ, ਬਾਈਨਰੀ ਫਾਰਮ ਦੇ ਵਿੱਚ, ਤਾਂ ਹੈਕਸਾਡੈਸੀਮਲ ਦੇ ਫਾਰਮ ਦੇ ਵਿੱਚ ਕਿ ਅਸ਼ਟਿਕ। ਤਾਂ ਪੁੱਤਰੋ ਇਹ ਤੁਹਾਨੂੰ ਪਤਾ ਹੀ ਆ, ਆਹ ਚੀਜ਼ ਜਿਹੜਾ ਆਪਾਂ ਕਦੇ ਪੜ੍ਹ ਕੇ ਨਹੀਂ ਗਏ, ਆਪਾਂ ਪੜ੍ਹ ਕੇ ਗਏ ਸਿਰਫ ਬਾਈਨਰੀ। ਕੰਪਿਊਟਰ ਦੇ ਵਿੱਚ ਜਿਹੜਾ ਵੀ ਡਾਟਾ ਸਟੋਰ ਕੀਤਾ ਜਾਂਦਾ ਉਹ ਬਾਈਨਰੀ ਲੈਂਗੁਏਜ ਦੇ ਵਿੱਚ ਕੀਤਾ ਜਾਂਦਾ। ਬਾਈਨਰੀ ਲੈਂਗੁਏਜ ਦੋ ਤਰ੍ਹਾਂ ਦੀ ਹੁੰਦੀ ਹੈ, 0 ਅਤੇ 1। 0 ਦਾ ਮਤਲਬ ਹੁੰਦਾ ਔਫ ਅਤੇ 1 ਦਾ ਮਤਲਬ ਹੁੰਦਾ ਔਨ। ਇਹ ਗੱਲ ਯਾਦ ਰੱਖਣੀ ਹੈ। ਤਾਂ B ਨੰਬਰ ਆਪਸ਼ਨ ਇਹਦਾ ਬਿਲਕੁਲ ਸਹੀ ਆਨਸਰ ਹੈਗਾ। ਟੈਲੀਫੋਨ ਨੈਟਵਰਕ ਦੀਆਂ ਤਾਰਾਂ ਅਤੇ ਡਾਟਾ ਸੰਚਾਰਿਤ ਕਰਕੇ ਇੰਟਰਨੈਟ ਪ੍ਰਦਾਨ ਕਰਨ ਲਈ ਵਰਤੀ ਜਾਣ ਵਾਲੀ ਤਕਨੀਕੀ ਕੀ ਹੈ। ਦੇਖੋ ਕਿ ਟੈਲੀਫੋਨ ਨੈਟਵਰਕ ਦੀਆਂ ਤਾਰਾਂ ਅਤੇ ਡਾਟਾ ਸੰਚਾਲਿਤ ਕਰਕੇ ਇੰਟਰਨੈਟ ਪ੍ਰਦਾਨ ਕਰਨ ਵਾਲੀ ਵਰਤੀ ਜਾਣ ਵਾਲੀ ਟੈਕਨੋਲੋਜੀ ਕੀ ਹੈ। ਦੇਖੋ ਆਪਾਂ ਘਰੇ ਨੈੱਟ ਲਵਾਉਂਦੇ ਹੁੰਦੇ ਸੀ ਪਹਿਲਾਂ ਦੇ ਟਾਈਮਾਂ ਦੇ ਵਿੱਚ, ਆਪਣੇ ਟੈਲੀਫੋਨ ਦੇ ਨਾਲ ਹੀ ਅਟੈਚ ਹੋ ਕੇ ਬੰਦਾ ਹੁੰਦਾ ਸੀ ਟੈਲੀਫੋਨ ਦੇ ਨਾਲ। ਦੇਖੋ ਬੱਚੋ, ਮੈਂ ਡਿਟੇਲ ਦੇ ਵਿੱਚ ਤਾਂ ਕਰਵਾ ਰਿਹਾ ਕਿਉਂਕਿ ਇਸ ਤੋਂ ਬਾਅਦ ਕੋਈ ਲੈਕਚਰ ਨਹੀਂ ਲੱਗਣੇ ਹੋਰ ਕੰਪਿਊਟਰ ਦੇ, ਪਰ ਜਿੰਨਾ ਸਿਲੇਬਸ ਹੋ ਗਿਆ ਇਹੀ ਚੰਗੀ ਤਰ੍ਹਾਂ ਰਿਵੀਜ਼ਨ ਕਰ ਲਓ ਤੁਸੀਂ। ਤਾਂ ਕਰਕੇ ਆ ਚੀਜ਼ ਮੈਂ ਚੰਗੀ ਤਰ੍ਹਾਂ ਡਿਟੇਲ 'ਚ ਕਰਵਾ ਰਿਹਾ ਹੈਗਾ। ਠੀਕ ਹੈ, ਦੇਖੋ ਪੁਰਾਣੇ ਜਦੋਂ ਆਪਾਂ ਪਹਿਲਾਂ ਨੈੱਟ ਲਵਾਉਂਦੇ ਹੁੰਦੇ ਸੀ ਘਰੇ ਟੈਲੀਫੋਨ ਲੱਗਦਾ ਹੁੰਦਾ ਸੀ, ਆਪਣੇ ਟੈਲੀਫੋਨ ਦੀਆਂ ਤਾਰਾਂ ਦੇ ਨਾਲ ਆਪਾਂ ਕੀ ਅਟੈਚ ਕਰਦੇ ਹੁੰਦੇ ਸੀ, ਮੋਡਮ ਅਟੈਚ ਕਰਦੇ ਹੁੰਦੇ ਸੀ। ਠੀਕ ਹੈ, ਕਿਤੇ ਜਿਹੜੀ ਇਹ ਜਿਹੜੀਆਂ ਤਾਰਾਂ ਲੱਗਦੀਆਂ ਹੁੰਦੀਆਂ ਸੀ ਟੈਲੀਫੋਨ ਤੇ ਮੋਡਮ ਨੂੰ ਅਟੈਚ ਕਰਨ ਵਾਸਤੇ। ਠੀਕ ਹੈ, ਇਹ ਜਿਹੜੀ ਸਾਰੀ ਟੈਕਨੋਲੋਜੀ ਹੁੰਦੀ, ਟੈਕਨੋਲੋਜੀ ਦਾ ਨਾਮ ਕੀ ਸੀ, ਟਰਾਂਸਮੀਟਰ, ਲਾਈਡਸ, SHL, DSL। ਤਾਂ ਭਾਈ ਇਹਦਾ ਨਾਮ ਹੈਗਾ ਸੀ DSL, ਡਿਜੀਟਲ ਸਬਸਕ੍ਰਾਈਬਰ ਲਾਈਨ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਤਾਂ ਇਹ ਟੈਕਨੋਲੋਜੀ ਵਰਤੀ ਜਾਂਦੀ ਸੀ ਜਦੋਂ ਘਰਾਂ ਦੇ ਵਿੱਚ ਆਪਾਂ ਟੈਲੀਫੋਨ ਦੀਆਂ ਤਾਰਾਂ ਨਾਲ ਨੈਟਵਰਕ ਅਟੈਚ ਕਰਦੇ ਸੀ, ਇੰਟਰਨੈਟ। ਵਿੱਚ ਲੇਵਲ ਲੈਂਗੁਏਜ, ਅਸੈਂਬਲੀ ਲੈਂਗੁਏਜ। ਕਹਿੰਦੇ ਜਿਹੜੀ ਅਸੈਂਬਲੀ ਲੈਂਗੁਏਜ ਹੈ ਕਿਸ ਤਰ੍ਹਾਂ ਦੀ ਲੈਂਗੁਏਜ ਹੈ। ਕਹਿੰਦੇ ਹਾਈ ਲੈਵਲ ਦੀ ਤਾਂ ਹੋ ਨਹੀਂ ਸਕਦੀ। ਹਾਈ ਲੈਵਲ ਦੀ ਤਾਂ ਆਪਣੀ C++, Fortran, ਜਿਹਨੂੰ ਆਪਾਂ ਫਾਰਮੂਲਾ ਟਰਾਂਸਲੇਸ਼ਨ ਕਹਿੰਦੇ ਨੇ, ਉਹ ਹੈਗੀਆਂ। ਮੀਡੀਅਮ ਦੀ ਵੀ ਨਹੀਂ ਕਹਿ ਸਕਦੇ ਇਹਨੂੰ ਆਪਾਂ, ਇਹ ਲੋਅ ਲੈਵਲ ਲੈਂਗੁਏਜ ਸੀ। ਇਹ ਕਿਹੜੀ ਜਨਰੇਸ਼ਨ ਦੇ ਵਿੱਚ ਵਰਤੀ ਗਈ ਸੀ, ਇਹ ਵਰਤੀ ਗਈ ਸੀ ਸੈਕਿੰਡ ਜਨਰੇਸ਼ਨ ਦੇ ਵਿੱਚ। ਪਹਿਲੀ ਜਨਰੇਸ਼ਨ ਦੇ ਵਿੱਚ ਨਾ ਮਸ਼ੀਨੀ ਲੈਂਗੁਏਜ ਵਰਤੀ ਗਈ ਸੀ। ਦੂਸਰੇ ਸੈਕਿੰਡ ਜਨਰੇਸ਼ਨ ਦੇ ਵਿੱਚ ਕਿਹੜੀ ਵਰਤੀ ਗਈ ਸੀ, ਅਸੈਂਬਲੀ ਲੈਂਗੁਏਜ। ਠੀਕ ਹੈ, ਗੱਲ ਯਾਦ ਰੱਖਣੀ ਹੈ। ਅਤੇ ਇੱਕ ਤੁਹਾਨੂੰ ਹੋਰ ਦੱਸਦਾ, ਇੱਕ ਆਪਾਂ ਸੁਣਿਆ ਹੁੰਦਾ ਅਸੈਂਬਲਰ ਦਾ ਨਾਂ ਸੁਣਿਆ ਹੁੰਦਾ, ਅਸੈਂਬਲਰ। ਆਪਾਂ ਕਹਿੰਦੇ ਅਸੈਂਬਲਰ ਦਾ ਕੀ ਕੰਮ ਹੈ, ਇਹ ਕੀ ਹੈ, ਇਹ ਭਾਸ਼ਾ ਟਰਾਂਸਲੇਟਰ ਹੈ। ਕੀ ਹੈ ਇਹ, ਭਾਸ਼ਾ ਟਰਾਂਸਲੇਟਰ ਹੈ। ਕੌਣ, ਅਸੈਂਬਲਰ। ਇਹ ਗੱਲ ਯਾਦ ਰੱਖਣੀ ਹੈ। ਅਸੈਂਬਲਰ ਕੀ ਕਰਦਾ ਗਾ, ਅਸੈਂਬਲਰ ਮਸ਼ੀਨੀ ਲੈਂਗੁਏਜ ਨੂੰ, ਅਸੈਂਬਲੀ ਲੈਂਗੁਏਜ ਨੂੰ ਮਸ਼ੀਨੀ ਲੈਂਗੁਏਜ ਦੇ ਵਿੱਚ ਬਦਲਦਾ। ਇਹ ਗੱਲ ਯਾਦ ਰੱਖਣੀ ਹੈ। ਅਤੇ ਇਹਦਾ ਆਨਸਰ ਹੈਗਾ C ਨੰਬਰ ਆਪਸ਼ਨ। ਡਾਕੂਮੈਂਟ, ਮੂਵੀ, ਇਮੇਜ ਐਂਡ ਫੋਟੋਗ੍ਰਾਫ ETC ਆਰ ਸਟੋਰ। ਕਿ ਜਿਹੜੇ ਆਪਣੇ ਨਾਲ ਡਾਕੂਮੈਂਟ ਹੁੰਦੇ ਆ, ਕੋਈ ਵੀ ਮੂਵੀਜ਼ ਹੁੰਦੀਆਂ, ਆਪਣੀਆਂ ਇਮੇਜ ਹੁੰਦੀਆਂ, ਆਪਣੀਆਂ ਫੋਟੋਗ੍ਰਾਫ ਹੁੰਦੀਆਂ, ਇਹਨਾਂ ਨੂੰ ਆਪਾਂ ਕਿੱਥੇ ਸਟੋਰ ਕਰਕੇ ਰੱਖਦੇ ਹਾਂ। ਤਾਂ ਇਹ ਕਹਿੰਦੇ ਐਪਲੀਕੇਸ਼ਨ ਸਰਵਿਸ ਦੇ ਵਿੱਚ ਇਹ ਤਾਂ ਕਰ ਹੀ ਨਹੀਂ ਸਕਦੇ। ਇਹ 'ਚ ਕਿਵੇਂ ਕਰਾਂਗੇ, ਵੈਬ ਸਰਵਿਸ ਦੇ ਵਿੱਚ ਨੋ, ਪ੍ਰਿੰਟ ਨੋ। ਤਾਂ ਇਹਦਾ ਆਨਸਰ ਸਿੱਧਾ ਰੱਖਦਾ ਹੈ
डी नंबर ऑप्शन। कट कटा के तुम देखो कि फाइल आप कितने रखेंगे, फाइल सर्वर के ही रखेंगे ना, तो यह आंसर आ जाऊगा अपने को फाइल सर्वर। ठीक है जी, तो यही चीज़ सी ना अपने इन्ने 10 MCQ 11 कंप्लीट हो गए। हम चलते आप अगले ते। हुण देखो जी, कहते इन्हां दे विच्चों which is using user in the RAM, which of following is user in RAM। RAM इन्हां दे विच्चों किहड़ी चीज़ दे विच यूज़ कीती जांदी है, जां RAM दे विच इन्हां दे विच्चों किहड़ी चीज़ यूज़ कीती जांदी है RAM दे विच। देखो बच्चों वैक्यूम ट्यूब तो रैम के यूज़ की जाती, क्योंकि ये फस्ट जनरेशन के कंप्यूटर के वरती जाती सी, क्योंकि उदों रैम की कोई बाईटाई भी नहीं होंदी सी इन्नी। ठीक है, ट्रांसरजिस्टर नाल तो कोई कोई संबंध है नहीं, क्योंकि ट्रांसरजिस्टर किमें वरते जाएंगे रैम के, कंडक्टर भी नहीं वरते जाते। तो यह आंसर है सैमी कंडक्टर, जोड़े भी सैमी कंडक्टर होंगे वो रैम के वरते जाते हैं। वेरी वेरी इंपोर्टेंट। देखो एक गल समझाउणा गा थोड़ा तो कोई गल नहीं, फिर वीडियो लंबी बारी हो सुनो, एक अलग वीडियो बना के दस देना कि किमें प्रैशर हल करने, किमें तुक्के लाने। अज ही बना, अज कल सुबह तुहानूं वीडियो मिल जूगी सवेरे सवेरे। ठीक है, हुण आना वीडियो लंबी बारी वग जानी है। देखो रैम हेठ लिखिया बच्चों किहड़े रैम दे विच हेठ लिखिया बच्चों किहड़ी चीज़ वरती जाती है, तुहानूं दसता अर्ध कंडक्टर जिहनूं आपां सैमी कंडक्टर कह दिंदे हैं। मैं दस रहे पुत्रो जो 200 MCQ होर करना वो भी करवा दूंगा, मैंने कोई चक्कर वाली गल नहीं। ठीक है, आप तो यह होंगे कि वध तो वध जिन्ना डाटा मैं तो हो सकता मैं तुम्हें प्रोवाइड करवावां, तुहाडी सिलैक्शन हो। ठीक है, मुड़ के मैं आपके कोल रख के करना भी की चार पाउणा दा मैं। ठीक है, दस दो मैनूं तुसीं जिहड़े बच्चे ने जी करता पढ़ने नूं, कोई चक्कर नहीं, मैं स्पैशल बना दूंगा। वट इज़ द फुल फार्म ऑफ GUI, टर्म ऑफ कंप्यूटर। कहते कंप्यूटर के GUI वरत्या जाता है। ये GUI वरत्या जाता फुल फार्म की है, ग्राफिकल यूजर इंस्ट्रूमेंट, ग्राफिकल यूनीफाइड इंटरफेस, ग्राफिकल यूनीफाइड इंस्ट्रूमेंट तो ग्राफिकल यूजर इंटरफेस। भाई ये वरत्या जाता है अपना ग्राफिकल यूजर इंटरफेस। हुण तुहानूं दो दसदा, एक तो कंप्यूटर अपने दो चीज़ों के काम करते होंगे, एक तो होंदा GUI, एक होंदा CUI। ये तो होंदा कमांड यूजर इंटरफेस, ये होंदा ग्राफिकल यूजर इंटरफेस। दोनों चीज़ों के फर्क है। ग्राफिकल तो मतलब अपने पूरे ग्राफिक आउणगे बने बनाए, जिवें हुण अपना मोबाइल चलाउने अपने मोबाइल अपना जो मोबाइल है ये काहते काम करता है, GUI ते काम करता है। देखो जरूर भी आप मोबाइल खोलते अपने मूहरे मैसेज भी लिखे, मैसेज भी पे होंगे है, क्रोम ब्राउजर भी पिया होंदा है, तो WhatsApp भी पिया होंदा है। ठीक है, होर भी जिहड़ियां तुसीं अलग अलग तरह दीयां चैटां वालियां ऐपां डाउनलोड करके रख दो कि किसी को पता ना लगे, पता मैनूं सारा कि किसी को पता ना लगे कि आह ऐपां भी चैट हो जाने। ये ऐपां तुसीं डाउनलोड करके रख दो, वो तुहाडे सामने शो होंदियां जो तुसीं खोल दो तुहाडे सामने शो होंदियां, जो तुसीं उत्ते ओके करोगे ਉਹਦੇ तुसीं अंदर चले जाओगे फाइल दे। ठीक है, पर ਜਿਹੜਾ CUI ਹੁੰਦਾ ਇਹਦੇ ਵਿੱਚ ਇਹ ਜਿਹਾ ਕੁਝ ਨਹੀਂ ਹੁੰਦਾ। ਇਹਦੇ ਵਿੱਚ ਤੁਹਾਨੂੰ ਥੱਲੇ ਉਹਨੂੰ ਕਮਾਂਡ ਦੇਣੀ ਪਊਗੀ। ਕਮਾਂਡ ਦਾ ਮਤਲਬ ਹੈਗਾ ਕਿ ਤੁਹਾਨੂੰ ਥੱਲੇ ਲਿਖਣਾ ਪਊਗਾ ਭਾਈ ਸਾਨੂੰ ਆਹ ਚੀਜ਼ ਚਾਹੀਦੀ ਆ, ਉਹ ਚੀਜ਼ ਤੁਹਾਡੇ ਸਾਹਮਣੇ ਅੱਖਰਾਂ ਦੇ ਵਿੱਚ ਆ ਜਾਊਗੀ, ਫਿਰ ਤੁਸੀਂ ਉਹ 'ਤੇ ਜਦੋਂ ਕਲਿੱਕ ਕਰੋਗੇ ਫਿਰ ਤੁਸੀਂ ਅੱਗੇ ਜਾ ਸਕਦੇ ਹੋ। ठीक है, तो ये सिक्योरिटी बहुत ज़्यादा होंगी है CUI की, तो चलाना भी बहुत औखा, इनू हरेक बंदा नहीं चला सकता। जो ग्राफिकल इनू तो तुहानूं पता ही है कि जो अपने 5 या 10 अनपढ़ बंदे वो भी चला रहे हैं GUI इनू तो। ठीक है, जो अपना आम होंगे GUI चलता है। ठीक है, ये गल याद रखनी। तो CUI किहड़े ऑपरेटिंग सिस्टम के यूज किया जाता है, लिनक्स तो यूनिक्स, ये ऑपरेटिंग सिस्टम के CUI की वरतों की जाती है, ये गल भी याद रखियो। ALU फुल फार्म की है ALU की, अरथमैटिक लॉजिक यूनिट, अलाउड लॉजिक यूनिट, ASCII लॉजिक यूनिट, अरथमैटिक लिस्ट यूनिट। तो यह आंसर है भाई A नंबर ऑप्शन, अरथमैटिक लॉजिक यूनिट। ALU का की काम मैं तुहानूं दसदा, यह CPU नाल कनैक्टेड हुंदा गा। कंप्यूटर के जोड़ घटाओ गुणा भाग ये चारे काम कौन करूगा, ALU करूगा। ये गल दिमाग दे विच बिठा लो, जे ALU ऑप्शन दे विच नहीं है तो CPU पिया है, तो भी अपना आंसर बिल्कुल सही होगा। देखो ये तो वरत्या जाता गा जोड़ घटाओ गुणा भाग वास्ते, की भी तुहानूं पुछना है कि साइन कॉस टैन हुंदा गा, इन्हां वास्ते किहड़ी चीज़ वरतों की जाती है। इन्हां वास्ते जिहड़ी वरतों इहदे वास्ते कोई स्पैशल परपस वास्ते अलग तो सॉफ्टवेयर डाउनलोड किए होंगे आ, पर ALU का काम सिर्फ 4 चीज़ों वास्ते वरत्या जाता। ये गल दिमाग 'च बिठा लो। तेरा आंसर है A नंबर ऑप्शन। ब्लूटूथ का फादर कौन है, फादर ऑफ ब्लूटूथ अज के टाइम हरेक बंदा कंन दे विच ला के डंडी जी है ना तुरया फिरदा हुंदा गा। ਉਹਦਾ ब्लूटूथ ये बनी सी बिजनेसमैन लोगों वास्ते, कि जो बंदा बिजनेसमैन आ भाई जिहदे कोल टाइम है नहीं फोन चक्कन का, वो कंन नाल ब्लूटूथ लाई रखदा, अपने इत्थे गीत सुनने वास्ते लाई रखते हैं। ठीक है, चलो कोई गल नहीं, इंजॉय करो लाइफ, चक्कर वाली गल ही नहीं कोई।
ਤੇ ਬਲੂਟੁੱਥ ਦੀ ਖੋਜ ਕਿਹਨੇ ਕਰੀ ਸੀ? ਦੇਖੋ ਸਟੀਵ ਜੌਬਸ ਦਾ ਆ ਹੀ ਨਹੀਂ ਸਕਦਾ, ਇਹਨਾਂ ਦਾ ਸੰਬੰਧ ਤਾਂ ਐਪਲ ਨਾਲ ਹੈ, ਐਪਲ ਵਾਲੇ ਤਾਂ ਕਰ ਹੀ ਨਹੀਂ ਸਕਦੇ, ਇਹ ਵੀ ਆਪਸ਼ਨ ਕੱਟੀ ਗਈ। ਹੁਣ ਆਪਸ਼ਨ ਰਹੇਗੀ ਇਹਦੇ ਵਿੱਚ ਮਾਰਟਿਨ ਕੂਪਰ ਵੀ ਨਹੀਂ ਆ ਸਕਦਾ। ਤੂੰ ਦੱਸਿਆ ਸੀ ਨਾ ਕਿ ਬੱਚੇ ਨੇ ਆਦੇ ਪਿਓ ਤੋਂ ਬਲੂਟੁੱਥ ਮੰਗੇ, ਉਹ ਕਹਿੰਦਾ ਅਰੇ ਸਨ ਲੈ ਕੇ ਦੇ ਦੂੰਗਾ ਬਲੂਟੁੱਥ, ਸਨ ਪੁੱਤਰ, ਤੇ ਇਹਦਾ ਆਨਸਰ ਆ ਜਾਊਗਾ ਏ ਨੰਬਰ ਆਪਸ਼ਨ। ਅਰੀਸਨ ਸੀ ਜਿਹਨੇ ਬਲੂਟੁੱਥ ਦੀ ਖੋਜ ਕੱਢੀ ਸੀ, ਫਾਊਂਡਰ ਸੀ ਬਲੂਟੁੱਥ ਦਾ ਇਹ। ਇਸ ਤੋਂ ਬਾਅਦ ਵੈਰੀ ਵੈਰੀ ਇੰਪੋਰਟੈਂਟ ਫਾਦਰ ਆਫ ਇੰਟਰਨੈਟ। ਦੇਖੋ ਇਹਨਾਂ ਦੇ ਵਿੱਚ ਇੱਕ ਚੀਜ਼ ਤੁਹਾਨੂੰ ਟ੍ਰਿਕ ਦੱਸ ਦਿੰਦਾ, ਚਾਰਲਸ ਬੇਬੇਜ ਤਾਂ ਨਹੀਂ ਸਕਦਾ, ਇਹਦਾ ਫਾਦਰ ਆਫ ਕੰਪਿਊਟਰ ਹੈ। ਡੈਨਿਸ ਰੀਚੀ ਇਹ ਵੀ ਨਹੀਂ ਆ ਸਕਦਾ ਗਾ, ਇਹ ਸੀ ਲੈਂਗੁਏਜ ਦਾ ਗਾ, ਠੀਕ ਹੈ। ਮਾਰਟਿਨ ਕੂਪਰ ਇਹ ਵੀ ਨਹੀਂ ਆ ਸਕਦਾ। ਤਾਂ ਹੁਣ ਦੇਖੋ ਇੰਟਰਨੈਟ, ਇੰਟਰ ਤੇ ਇੰਟ ਕਿਹਦੇ 'ਚ ਪਿਆ ਹੈਗਾ? ਬਿੰਟ ਕਫ ਦੇ ਵਿੱਚ। ਤਾਂ ਇੰਟਰਨੈਟ ਦਾ ਫਾਦਰ ਕੌਣ ਹੈਗਾ? ਇੰਟਰਨੈਟ ਦਾ ਫਾਦਰ ਹੈਗਾ ਬਿੰਟ ਕਫ, ਇਹਨੇ ਆਪਣੇ ਨਾਂ 'ਤੇ ਇੰਟਰਨੈਟ ਦਾ ਨਾਂ ਰੱਖਿਆ ਸੀ। ਤਾਂ ਬੀ ਨੰਬਰ ਆਪਸ਼ਨ ਇਹਦਾ ਬਿਲਕੁਲ ਸਹੀ ਆਨਸਰ ਹੈ। ਵੈਰੀਫਿਕੇਸ਼ਨ ਆਫ ਪ੍ਰੋਸੈਸ, ਕਹਿੰਦੇ ਆਪਾਂ ਕੋਈ ਵੀ ਪ੍ਰੋਸੈਸ ਕਰਦੇ ਉਹਦੀ ਜਿਹੜੀ ਵੈਰੀਫਿਕੇਸ਼ਨ ਕਰਦੇ ਆ ਉਹਨੂੰ ਆਪਾਂ ਕੀ ਕਹਿੰਦੇ ਆ? ਵੈਰੀਫਿਕੇਸ਼ਨ ਕੀ ਹੁੰਦਾ? ਦੇਖੋ ਮੰਨ ਲਓ ਆਪਾਂ ਆਪਣਾ ਮੋਬਾਈਲ ਖੋਲ੍ਹਦੇ ਹਾਂ, ਆਪਾਂ ਜੋ ਮੋਬਾਈਲ ਖੋਲਾਂਗੇ ਆਪਣਾ ਮੋਬਾਈਲ ਕੋਲ ਪਾਸਵਰਡ ਮੰਗੂਗਾ ਨਾ ਆਪਾਂ ਤੋਂ। ਹੁਣ ਤੁਸੀਂ ਐਡਮਿਟ ਕਾਰਡ ਡਾਊਨਲੋਡ ਕਰਦੇ, ਸਭ ਤੋਂ ਪਹਿਲਾਂ ਤੁਸੀਂ ਲੌਗਇਨ ਆਈ ਡੀ ਭਰੋਗੇ, ਉਸ ਤੋਂ ਬਾਅਦ ਪਾਸਵਰਡ ਭਰੋਗੇ। ਇਹ ਸਾਰੀਆਂ ਚੀਜ਼ਾਂ ਦੀ ਜਿਹੜੀ ਵੈਰੀਫਿਕੇਸ਼ਨ ਹੁੰਦੀ ਹੈ, ਪ੍ਰੋਸੈਸ ਦੀ ਵੈਰੀਫਿਕੇਸ਼ਨ ਆਪਾਂ ਕੀ ਕਹਿੰਦੇ ਆ? ਅਥੈਂਟੀਕੇਸ਼ਨ। ਅਥੈਂਟੀਕੇਸ਼ਨ ਦਾ ਮਤਲਬ ਹੁੰਦਾ, ਇਹਨੂੰ ਆਪਾਂ ਇਹਦਾ ਆਮ ਸ਼ਬਦ ਬਣ ਜਾਂਦਾ ਅਥਾਰਟੀ। ਅਥਾਰਟੀ ਦਾ ਮਤਲਬ ਹੁੰਦਾ ਜ਼ਿੰਮੇਵਾਰੀ, ਠੀਕ ਹੈ। ਇਹ ਗੱਲ ਯਾਦ ਰੱਖਣੀ ਹੈ, ਕੋਈ ਵੀ ਆਪਾਂ ਵੈਰੀਫਿਕੇਸ਼ਨ ਕਰਦੇ ਹਾਂ, ਜਦ ਵੈਰੀਫਿਕੇਸ਼ਨ ਦੇ ਪ੍ਰੋਸੈਸ ਨੂੰ ਆਪਾਂ ਕੀ ਕਹਾਂਗੇ? ਅਥੈਂਟੀਕੇਸ਼ਨ। ਵੈਰੀ ਵੈਰੀ ਇੰਪੋਰਟੈਂਟ ਆ, ਫੰਡਾਮੈਂਟਲ ਕੰਪਿਊਟਰ ਦੇ ਲੈਕਚਰ ਹੈ ਇਹ। ਬਟ ਜੇ ਲਿਨਿਕਸ ਹੁਣੀ ਕਰਵਾ ਕੇ ਗਏ, ਲਿਨਿਕਸ ਕੀ ਹੈ? ਮਾਲਵੇਅਰ ਹੈ ਨੋ, ਐਪਲੀਕੇਸ਼ਨ ਸੌਫਟਵੇਅਰ ਹੈ ਨੋ, ਫਰਮਵੇਅਰ ਹੈ ਨੋ। ਇਹ ਕੀ ਹੈ? ਇੱਕ ਓਪਰੇਟਿੰਗ ਸਿਸਟਮ ਹੈ। ਲਿਨਿਕਸ ਅਤੇ ਯੂਨਿਕਸ ਇਹ ਕੀ ਹੈ? ਇੱਕ OSI ਮਾਡਲ ਦੇ ਓਪਰੇਟਿੰਗ ਸਿਸਟਮ ਨੇ, ਇਹ ਗੱਲ ਯਾਦ ਰੱਖਣੀ ਹੈ, ਠੀਕ ਹੈ। ਓਪਨ ਸੋਰਸ ਸੌਫਟਵੇਅਰ, ਹਾਂ ਓਪਨ ਸੌਫਟ ਓਪਰੇਟਿੰਗ ਸਿਸਟਮ ਹੈ ਇਹ ਗੱਲ ਵੀ ਯਾਦ ਰੱਖਣੀ ਹੈ। ਦੂਸਰੀ ਗੱਲ, ਇਹ ਦੋਵੇਂ ਹੈ ਜਿਹੜੇ ਇਹ CUI 'ਤੇ ਕੰਮ ਕਰਦੇ ਆ, ਕਮਾਂਡ ਯੂਜ਼ਰ ਇੰਟਰਫੇਸ 'ਤੇ। ਤਾਂ ਇਹ ਗੱਲ ਵੀ ਯਾਦ ਰੱਖਣੀ ਹੈ। ਵਾਟ ਇਜ਼ ਦਾ ਨੇਮ ਆਫ ਦਾ ਫਸਟ ਸੁਪਰ ਕੰਪਿਊਟਰ ਆਫ ਇੰਡੀਆ? ਜਿਹੜਾ ਆਪਣਾ ਭਾਰਤ ਦਾ ਪਹਿਲਾ ਸੁਪਰ ਕੰਪਿਊਟਰ ਹੈਗਾ ਇੰਡੀਆ ਦਾ, ਉਹਦਾ ਕੀ ਨਾਮ ਹੈਗਾ? ਠੀਕ ਹੈ, ਉਹਦਾ ਨਾਮ ਕਹਿੰਦੇ ਕੀ ਹੈ? ਜਿਹੜਾ ਆਪਣਾ ਇੰਡੀਆ ਦੀ ਗੱਲ ਕਰ ਰਹੇ ਨੇ ਪੁੱਤਰੋ, ਇੰਡੀਆ ਦਾ ਹੈਗਾ ਆਪਣਾ ਪਰਮ 8000 ਇੰਡੀਆ ਦਾ ਆਪਣਾ ਫਸਟ ਸੁਪਰ ਕੰਪਿਊਟਰ। ਵਾਰਡ ਦੀ ਗੱਲ ਨਹੀਂ ਕਰ ਰਹੇ, ਵਾਰਡ ਦਾ ਆ ਜਾਊਗਾ CDEC, ਠੀਕ ਹੈ। ਇਹ ਗੱਲ ਕਰ ਰਹੇ ਨੇ ਇੰਡੀਆ ਦੀ, ਤਾਂ ਇੰਡੀਆ ਦਾ ਪਰਮ ਹੀ ਆਊਗਾ ਆਪਣਾ। ਵਿੱਚ ਹੀ ਦਾ ਮੋਸਟ ਕਾਮਨ ਲੈਂਗੁਏਜ ਯੂਜ਼ ਇਨ ਦਾ ਵੈਬ ਡਿਜ਼ਾਈਨ। ਕੋਈ ਵੀ ਆਪਾਂ ਵੈਬ ਪੇਜ ਬਣਾਉਣੇ ਆ ਜਾਂ ਕੋਈ ਵੀ ਆਪਾਂ ਵੈਬ ਸਾਈਟ ਬਣਾਉਣੇ ਆ, ਤਾਂ ਕਹਿੰਦੇ ਜਿਹੜੀ ਉਹ ਵੈਬਸਾਈਟ ਕਿਸੇ ਭਾਸ਼ਾ ਦੇ ਵਿੱਚ ਲਿਖੀ ਵੀ ਹੁੰਦੀ ਹੈ, ਉਹ ਭਾਸ਼ਾ ਕਾਹਦੇ ਵਿੱਚ ਲਿਖੀ ਵੀ ਹੁੰਦੀ ਹੈ? ਸੀ ਲੈਂਗੁਏਜ ਦੇ ਵਿੱਚ, C++ ਦੇ, PHP ਦੇ ਵਿੱਚ, HTML ਦੇ ਵਿੱਚ। ਤਾਂ ਕੋਈ ਵੀ ਭਾਸ਼ਾ ਭਾਈ ਜਿਹੜੀ ਆਪਾਂ ਵੈਬ ਪੇਜ 'ਤੇ ਕਿਸੇ ਦੀ ਵੀ ਵੈਬਸਾਈਟ 'ਤੇ ਜਾਂਦੇ ਹਾਂ, ਠੀਕ ਹੈ। ਪਹਿਲੀ ਗੱਲ ਤਾਂ ਗੱਲ ਜਦੋਂ ਬਹੁਤ ਸਾਰੇ ਵੈਬ ਪੇਜਾਂ ਤੋਂ ਮਿਲ ਕੇ ਕੀ ਬਣਦੀ ਹੈ? ਇੱਕ ਵੈਬਸਾਈਟ ਬਣਦੀ ਹੈ। ਜਿਹੜੀ ਇਹ ਵੈਬ ਪੇਜ ਜਾਂ ਵੈਬਸਾਈਟ ਜਿਹੜੇ ਅੱਖਰਾਂ ਦੇ ਵਿੱਚ ਲਿਖੇ ਹੋਏ ਹੁੰਦੇ, ਕਿਹੜੀ ਲੈਂਗੁਏਜ ਦੇ ਵਿੱਚ ਲਿਖੇ ਹੋਏ ਹੁੰਦੇ? ਇਹ ਲਿਖੇ ਹੁੰਦੇ ਆ HTML ਦੇ ਵਿੱਚ। HTML ਦੀ ਫੁੱਲ ਫਾਰਮ ਕੀ ਹੈ? ਹਾਈਪਰ ਟੈਕਸਟ ਮਾਰਕਅਪ ਲੈਂਗੁਏਜ। ਇਹ ਗੱਲ ਯਾਦ ਰੱਖਣੀ ਹੈ, ਠੀਕ ਹੈ। D ਨੰਬਰ ਆਪਸ਼ਨ ਹੈ ਬਿਲਕੁਲ ਸਹੀ ਆਨਸਰ ਹੈ। ਹੂ ਇਜ਼ ਦਾ ਫਾਦਰ ਆਫ ਕੰਪਿਊਟਰ? ਵੈਰੀ ਵੈਰੀ ਇੰਪੋਰਟੈਂਟ। ਬਿੰਟ ਕਫ ਤਾਂ ਹੀ ਨਹੀਂ ਸਕਦਾ, ਤਾਂ ਇੰਟਰਨੈਟ ਦਾ ਗਾ, ਠੀਕ ਹੈ। ਆ ਵੀ ਨਹੀਂ ਆ ਸਕਦਾ, ਇਹ WW ਦਾ। ਸਟੀਵ ਜੌਬਸ ਐਪਲ ਦਾ। ਤਾਂ ਸਾਰੀਆਂ ਆਪਸ਼ਨ ਕੱਟੀਆਂ ਗਈਆਂ ਬਈ, ਕੱਟ ਕੇ ਮਗਰ ਕਿਹੜਾ ਵੱਜ ਗਿਆ? ਚਾਰਲਸ ਬੇਬੇਜ। ਇਹ 2 ਕੰਪਿਊਟਰ ਕੱਢੇ ਸੀ, ਕਿਹੜੇ? ਡਿਫਰੈਂਸ ਇੰਜਨ ਪਲੱਸ ਐਨਾਲਿਟਿਕ ਇੰਜਨ। ਜਿਹੜਾ ਡਿਫਰੈਂਸ ਇੰਜਨ ਸੀ ਉਹਦਾ ਭਾਈ ਇਹਦਾ ਫੇਲ ਹੋ ਗਿਆ ਸੀ, ਐਨਾਲਿਟਿਕ ਇੰਜਨ ਇਹਦਾ ਪਾਸ ਹੋ ਗਿਆ ਸੀ। ਇਹ ਸਿਰਫ ਇਹਨੇ ਕੈਲਕੂਲੇਸ਼ਨ ਦੇ ਪਰਪਸ ਤੋਂ ਹੀ ਬਣਾਇਆ ਸੀ। ਇਹ ਪੁੱਛਣਾ ਕਾਹਦੇ ਪਰਪਸ ਤੋਂ ਬਣਾਇਆ ਸੀ? ਕੈਲਕੂਲੇਸ਼ਨ ਦੇ ਪਰਪਸ ਤੋਂ ਬਣਾਇਆ ਸੀ। ਤਾਂ C ਨੰਬਰ ਆਪਸ਼ਨ ਦਾ ਬਿਲਕੁਲ ਸਹੀ ਆਨਸਰ ਹੈ। ਆਹੀ ਪ੍ਰਸ਼ਨ ਦੁਬਾਰੇ ਆ ਗਿਆ ਨਹੀਂ, ਇਹ ਐਂਡਰੋਇਡ ਦਾ। ਵਿੱਚ ਅਮੰਗ ਫੋਲੋਇੰਗ ਇਜ਼ ਕਾਮਨਲੀ ਯੂਜ਼ਰ ਲੈਂਗੁਏਜ ਇਨ ਐਂਡਰੋਇਡ ਐਪਲੀਕੇਸ਼ਨ। ਜਿਹੜੇ ਆਪਣੇ ਐਂਡਰੋਇਡ ਆਪਣੇ ਫੋਨ ਦਾ ਜਿਹੜਾ ਆਪਰੇਟਿੰਗ ਸਿਸਟਮ ਹੈ ਐਂਡਰੋਇਡ ਹੈ। ਜਿਹੜਾ ਐਪਲ ਦਾ ਹੁੰਦਾ ਮੈਕ OS ਆਪਰੇਟਿੰਗ ਸਿਸਟਮ, ਠੀਕ ਹੈ। ਗੱਲ ਯਾਦ ਰੱਖਣੀ ਹੈ। ਐਪਲ ਦਾ ਯਕੀਨ ਪੁੱਛਣ ਕਿ ਐਪਲ ਦਾ ਆਪਰੇਟਿੰਗ ਸਿਸਟਮ ਕਿਹੜਾ ਹੁੰਦਾ? ਐਪਲ ਦੇ ਫੋਨਾਂ ਦੇ ਵਿੱਚ ਮੈਗਨੀਟੋਸ ਆਪਰੇਟਿੰਗ ਸਿਸਟਮ। ਤਾਂ ਕਹਿੰਦੇ ਉਵੇਂ ਜਿਵੇਂ ਐਂਡਰੋਇਡ ਦੇ ਵਿੱਚ ਜਿਹੜੇ ਆਪਾਂ
ਠੀਕ ਹੈ। ਐਪਲੀਕੇਸ਼ਨ ਹੁੰਦੀ ਹੈ ਐਂਡਰਾਇਡ ਐਪਲੀਕੇਸ਼ਨ ਹੁੰਦੀ ਹੈ, ਉਹਨੂੰ ਬਣਾਉਣ ਵਾਸਤੇ ਕਿਹੜੀ ਲੈਂਗੁਏਜ ਯੂਜ਼ ਕੀਤੀ ਜਾਂਦੀ ਹੈ ਐਂਡਰਾਇਡ ਦੀਆਂ ਐਪਲੀਕੇਸ਼ਨਾਂ ਬਣਾਉਣ ਵਾਸਤੇ? C, PHP, C++, ਜਾਵਾ। ਤਾਂ ਇਹਦਾ ਆਨਸਰ ਆ ਜਾਊਗਾ D ਨੰਬਰ ਆਪਸ਼ਨ, ਜਾਵਾ ਐਪਲੀਕੇਸ਼ਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਕੀ ਬਣਾਉਣ ਵਾਸਤੇ? ਐਂਡਰਾਇਡ ਐਪਲੀਕੇਸ਼ਨ ਬਣਾਉਣ ਵਾਸਤੇ। ਦੇਖੋ ਪੇਪਰ ਦੇ ਵਿੱਚ ਜਿਹੜੇ ਪ੍ਰਸ਼ਨ ਮਿਲਣਗੇ ਬਈ ਆਪਣੇ ਲੈਕਚਰਾਂ ਦੇ ਵਿੱਚ ਵੀ ਮਿਲਣਗੇ, ਟੈਨਸ਼ਨ ਨਾ ਲਓ 1% ਵੀ, ਠੀਕ ਹੈ। ਵੇਅਰ ਆਰ ਸੇਵਡ ਫਾਈਲ ਸਟੋਰੇਜ ਕੰਪਿਊਟਰ, ਕੰਪਿਊਟਰ ਦੇ ਵਿੱਚ ਜਿਹੜੀਆਂ ਆਪਾਂ ਫਾਈਲਾਂ ਸਟੋਰ ਕਰਦੇ ਹਾਂ ਆਪਾਂ ਕਿੱਥੇ ਸਟੋਰ ਕਰਦੇ ਹਾਂ? ਰੈਮ ਦੇ ਵਿੱਚ। ਪੁੱਤਰ ਤੁਹਾਨੂੰ ਕਿੰਨੇ ਵਜੇ ਦੱਸਿਆ ਰੈਮ ਤਾਂ ਕੀ ਹੈ? ਟੈਂਪਰੇਰੀ ਮੈਮਰੀ ਹੈ। ਇਹਦੇ ਵਿੱਚ ਜਿਹੜਾ ਕੋਈ ਚੀਜ਼ ਮਤਲਬ ਸਟੋਰ ਕੀਤੀ ਨਹੀਂ ਜਾ ਸਕਦੀ ਰੈਮ ਦੇ ਵਿੱਚ। ਰੈਮ ਦੇ ਵਿੱਚ ਕੋਈ ਚੀਜ਼ ਚਲਾਈ ਜਾ ਸਕਦੀ ਹੈ, ਠੀਕ ਹੈ। ਮਤਲਬ ਕੋਈ ਵੀ ਆਪਾਂ ਵਟਸਐਪ ਚਲਾਉਂਦੇ ਹਾਂ, ਕੋਈ ਵੀ ਤੁਸੀਂ YouTube ਚਲਾਉਂਦੇ ਹੋ, ਕੋਈ ਵੀ ਤੁਸੀਂ ਗੇਮ ਚਲਾਉਂਦੇ ਹੋ, ਠੀਕ ਹੈ। ਇਹ ਸਾਰਾ ਕੁਛ ਰੈਮ ਦੇ ਉੱਪਰ ਚੱਲਦਾ ਗਾ, ਇੱਕ ਪਲੇਗਰਾਊਂਡ ਆ ਰੈਮ, ਠੀਕ ਹੈ। ਕੈਚ ਮੈਮਰੀ ਤਾਂ ਹੀ ਨਹੀਂ ਸਕਦੀ। ਕੈਚ ਮੈਮਰੀ ਵੀ ਕਾਹਦੀ ਹੈ? ਪ੍ਰਾਇਮਰੀ ਮੈਮਰੀ ਹੈ ਵੀ ਇੱਕ, ਇਹਦੇ 'ਚ ਵੀ ਕੋਈ ਚੀਜ਼ ਸਟੋਰ ਨਹੀਂ ਕਰ ਸਕਦੀ, ਇਹ ਸਿਰਫ ਸਪੀਡ ਪ੍ਰੋਵਾਈਡ ਕਰਦੀ ਹੈ। ਸਭ ਤੋਂ ਤੇਜ਼ ਮੈਮਰੀ ਹੁੰਦੀ ਹੈ ਆਪਣੀ ਰਜਿਸਟਰ ਮੈਮਰੀ। ਜੇ ਰਜਿਸਟਰ ਮੈਮਰੀ ਆਪਸ਼ਨ ਦੇ ਵਿੱਚ ਨਹੀਂ ਪਿਆ ਫਿਰ ਆਪਾਂ ਕੈਚ ਮੈਮਰੀ ਆਨਸਰ ਲਾ ਕੇ ਆਵਾਂਗੇ, ਠੀਕ ਹੈ। ਦੋਨੇ ਬਹੁਤ ਫਾਸਟ ਮੈਮਰੀਆਂ ਹੁੰਦੀਆਂ ਨੇ। ਆਹ ਤਾਂ ਆਪਸ਼ਨ ਆ ਹੀ ਨਹੀਂ ਸਕਦਾ। ਤਾਂ ਹਾਰਡ ਡਿਸਕ ਰਹੇਗੀ ਭਾਈ ਆਪਣੀ, ਜਿਹਨੂੰ ਆਪਾਂ ਸੈਕੰਡਰੀ ਮੈਮਰੀ ਕਹਿ ਦਿੰਦੇ ਹਾਂ। ਪਹਿਲਾਂ ਹਾਰਡ ਡਿਸਕ ਦੀ ਥਾਂ 'ਤੇ ਪੁਰਾਣੇ ਟਾਈਮਾਂ ਦੇ ਵਿੱਚ ਫਲੋਪੀ ਡਿਸਕ ਦੀ ਵਰਤੋਂ ਕੀਤੀ ਜਾਂਦੀ ਸੀ। ਫਲੋਪੀ ਡਿਸਕ ਦੇ ਵਿੱਚ 2 ਖਾਨੇ ਹੁੰਦੇ ਸੀ, ਕਿਹੜੇ? A ਅਤੇ B। ਅਤੇ ਹਾਰਡ ਡਿਸਕ ਦੇ ਵਿੱਚ ਕਿੰਨੇ ਖਾਨੇ ਆ? 4 ਖਾਨੇ ਆ, ਕਿਹੜੇ? C, D, E, F, ਠੀਕ ਹੈ। ਇਹ ਗੱਲ ਯਾਦ ਰੱਖਣੀ ਹੈ। ਉਹਦੀ ਜਿਹੜੀ ਫਲੋਪੀ ਡਿਸਕ ਕਿਉਂ ਬੰਦ ਕਰਦੇ? ਕਿਉਂਕਿ ਫਲੋਪੀ ਡਿਸਕ ਦੀ ਮੈਮਰੀ ਸਿਰਫ 1.44 MB ਹੁੰਦੀ ਸੀ, ਠੀਕ ਹੈ। ਇਹ ਗੱਲ ਵੀ ਯਾਦ ਰੱਖਣੀ ਹੈ। 3.5 ਇੰਚ ਇਹਦਾ ਬਿਆਸ ਹੁੰਦਾ ਸੀ, ਇਹ ਵੀ ਯਾਦ ਰੱਖ ਲਿਓ। ਫਲੋਪੀ ਡਿਸਕ ਦੀ ਗੱਲ ਕਰ ਰਿਹਾ ਮੈਂ। ਵਿੱਚ ਅਮੰਗ ਫੋਲੋਵਿੰਗ ਇਜ ਔਰ, ਇਹਨਾਂ ਦੇ ਵਿੱਚੋਂ ਕਿਹੜੀ ਇੱਕ ਇਹਨਾਂ ਦੇ ਨਾਲ ਮੈਚ ਨਹੀਂ ਕਰ ਰਹੀ? CD ਅਤੇ DVD ਕੀ ਹੈ? ਇਹ CD DVD ਕੀ ਹੈ? ਇੱਕ ਮੈਮਰੀ ਯੂਨਿਟ ਹੈ। ਫਲੋਪੀ ਡਿਸਕ ਕੀ ਹੈ? ਇਹ ਵੀ ਇੱਕ ਮੈਮਰੀ ਯੂਨਿਟ ਹੈ ਜਿਹਦੇ 'ਚ ਆਪਾਂ ਚੀਜ਼ ਮੈਮਰੀ ਸਟੋਰ ਆ। ਇਹ 'ਚ ਵੀ ਆਪਾਂ ਮੈਮਰੀ ਸਟੋਰ ਕਰ ਸਕਦੇ ਹਾਂ, ਇਹ 'ਚ ਵੀ ਮੈਮਰੀ ਸਟੋਰ ਕਰ ਸਕਦੇ ਹਾਂ। SD ਕਾਰਡ ਤਾਂ ਤੁਹਾਨੂੰ ਪਤਾ ਹੀ, ਜਿਹੜੇ ਆਪਣੇ ਮੈਮਰੀ ਕਾਰਡ ਪਾਉਂਦੇ ਹੁੰਦੇ ਸੀ ਮੋਬਾਈਲਾਂ ਦੇ ਵਿੱਚ ਪਹਿਲਾਂ, ਉਹਨੂੰ ਆਪਾਂ SD ਕਾਰਡ ਕਹਿ ਦਿੰਦੇ ਹਾਂ। ਆਹ ਚੀਜ਼ ਭਾਈ ਅਲੱਗ ਹੈ। ਇਹਦਾ ਮਤਲਬ ਹੁੰਦਾ ਬੇਸਿਕ ਇਨਪੁੱਟ ਆਊਟਪੁੱਟ ਸਿਸਟਮ। ਇਹ ਕੀ ਕਰਦਾ ਗਾ? ਜਦੋਂ ਆਪਾਂ ਕੰਪਿਊਟਰ ਚਲਾਉਂਦੇ ਹਾਂ ਤਾਂ ਆਪਣਾ ਜਿਹੜਾ ਕੰਪਿਊਟਰ ਦਾ ਡਾਟਾ ਰੋਮ ਤੋਂ ਰੈਮ 'ਤੇ ਜਿਹੜਾ ਚੜ੍ਹਦਾ, ਰੋਮ ਤੋਂ ਰੈਮ 'ਤੇ ਆਪਣਾ ਡਾਟਾ ਚੜ੍ਹਦਾ, ਜਿਹਨੂੰ ਆਪਾਂ ਬੂਟਿੰਗ ਕਹਿੰਦੇ ਹਾਂ, ਠੀਕ ਹੈ। ਜਦੋਂ ਡਾਟਾ ਰੋਮ ਤੋਂ ਰੈਮ 'ਤੇ ਚੜ੍ਹਦਾ ਉਹਨੂੰ ਆਪਾਂ ਬੂਟਿੰਗ ਕਹਿੰਦੇ ਹਾਂ। ਤਾਂ ਜਿਹੜਾ ਉਹ ਭਾਈ ਡਾਟਾ ਹੈਗਾ ਉਹ ਕਿਹਦੀ ਮਦਦ ਨਾਲ ਚੜ੍ਹਦਾ ਹੈਗਾ? BIOS ਦੀ ਮਦਦ ਨਾਲ, ਬੇਸਿਕ ਇਨਪੁੱਟ ਆਊਟਪੁੱਟ ਸਿਸਟਮ ਦੀ ਮਦਦ ਨਾਲ। ਤਾਂ ਆਪਸ਼ਨ ਨੰਬਰ D ਜਿਹੜਾ ਬਿਲਕੁਲ ਸਹੀ ਆਨਸਰ ਹੈ। ਵਿੱਚ ਆਪਰੇਸ਼ਨ ਆਰ ਪਰਫੋਰਮ ਰੈਮ ਇਹਨਾਂ ਦੇ ਵਿੱਚੋਂ ਕਿਹੜਾ ਆਪਰੇਸ਼ਨ ਮਤਲਬ ਚਲਾਉਂਦੀ ਹੈ? ਕਿਹੜਾ ਆਪਰੇਸ਼ਨ ਪਰਫੋਰਮ ਕਰਦੀ ਹੈ ਰੈਮ ਦੇ? ਆਪਾਂ ਕੋਈ ਚੀਜ਼ ਰੀਡ ਕਰ ਸਕਦੇ ਹਾਂ, ਕਹਿੰਦੇ ਸਹੀ ਹੈ ਗੱਲ ਵੀ। ਕੋਈ ਚੀਜ਼ ਰਾਈਟ ਕਰ ਸਕਦੇ ਹਾਂ, ਲਿਖ ਸਕਦੇ ਹਾਂ, ਸਹੀ ਹੈ। ਕੋਈ ਦੋਨੇ ਚੀਜ਼ਾਂ ਕਰ ਸਕਦੇ ਹਾਂ, ਸਹੀ ਲੱਗ ਰਿਹਾ ਵੀ। ਡਿਪੈਂਡ ਔਨ ਕੰਪਿਊਟਰ, ਕਿਸੇ ਕੰਪਿਊਟਰ 'ਤੇ ਡਿਪੈਂਡ ਕਰਦਾ। ਤਾਂ ਇਹਦਾ ਆਨਸਰ ਹੈਗਾ ਭਾਈ ਜਮਾ C ਨੰਬਰ ਆਪਸ਼ਨ। ਇਹਦਾ ਆਪਾਂ ਰੀਡ ਵੀ ਕਰ ਸਕਦੇ ਹਾਂ ਰੈਮ 'ਤੇ ਰਾਈਟ ਵੀ ਕਰ ਸਕਦੇ ਹਾਂ। ਇਹ ਗੱਲ ਯਾਦ ਰੱਖਣੀ ਹੈ। ਵਿੱਚ ਅਮੰਗ ਫੋਲੋਵਿੰਗ ਸੈਕੰਡਰੀ ਸਟੋਰੇਜ ਡਿਵਾਈਸ, ਇਹਨਾਂ ਦੇ ਵਿੱਚੋਂ ਕਿਹੜੀ ਸੈਕੰਡਰੀ ਸਟੋਰੇਜ ਡਿਵਾਈਸ ਹੈਗੀ ਹੈ ਜਿਹੜੀ ਫੋਲੋ ਕਰਦੀ ਹੈ ਸੈਕੰਡਰੀ ਮੈਮਰੀ ਨੂੰ? ਆਪਣੇ 2 ਮੈਮਰੀਆਂ ਹੁੰਦੀਆਂ, ਇੱਕ ਤਾਂ ਹੁੰਦੀ ਹੈ ਪ੍ਰਾਇਮਰੀ ਮੈਮਰੀ, ਇੱਕ ਹੁੰਦੀ ਹੈ ਆਪਣੀ ਸੈਕੰਡਰੀ ਮੈਮਰੀ। ਪ੍ਰਾਇਮਰੀ ਮੈਮਰੀ ਨੂੰ ਆਪਾਂ ਮੇਨ ਮੈਮਰੀ ਕਹਿ ਦਿੰਦੇ ਹਾਂ, ਠੀਕ ਹੈ। ਅਤੇ ਸੈਕੰਡਰੀ ਮੈਮਰੀ ਨੂੰ ਆਪਾਂ ਇਹਨੂੰ ਆਪਾਂ ਮੇਨ ਮੈਮਰੀ ਵੀ ਕਹਿ ਦਿੰਦੇ, ਠੀਕ ਹੈ। ਇਸ ਤੋਂ ਬਾਅਦ ਕਹਿੰਦੇ ਜੋ ਕਿਹੜੀ ਐਗਜ਼ਾਮਪਲ ਹੈਗੀ ਸੈਕੰਡਰੀ ਮੈਮਰੀ ਦੀ? ਰੈਮ ਤਾਂ ਹੋ ਨਹੀਂ ਸਕਦੀ, ਰੈਮ ਕੀ ਇੱਕ ਪ੍ਰਾਇਮਰੀ ਮੈਮਰੀ। ਸੈਮੀ ਕੰਡਕਟਰ ਤਾਂ ਕੋਈ ਮੈਮਰੀ ਹੈ ਨਹੀਂ, ਠੀਕ ਹੈ। ਡਿਵਾਈਡ ਇਹ ਵੀ ਨਹੀਂ ਹੈਗੀ। ਤਾਂ ਹਾਰਡ ਡਿਸਕ ਆਪਾਂ ਜਿਹੜੀ ਸੈਕੰਡਰੀ ਮੈਮਰੀ ਦੀ ਐਗਜ਼ਾਮਪਲ ਹੈਗੀ। USB ਵਿੱਚ ਟਾਈਪ ਆਫ ਸਟੋਰੇਜ ਡਿਵਾਈਸ, ਜਿਹੜੇ USB ਕਿਸ ਟਾਈਪ ਦੀ ਸਟੋਰੇਜ ਡਿਵਾਈਸ ਹੈ? ਇੱਕ ਤਰ੍ਹਾਂ ਦੀ, ਠੀਕ ਹੈ। ਕਿਸ ਤਰ੍ਹਾਂ ਦੀ ਸਟੋਰੇਜ ਡਿਵਾਈਸ ਹੈ ਕਿਹੜੀ? USB ਫੁੱਲ ਫਾਰਮ ਕੀ ਹੈ? ਯੂਨੀਵਰਸਲ ਸੀਰੀਅਲ ਬਸ, ਠੀਕ ਹੈ। ਇਹ ਕਿਸ ਤਰ੍ਹਾਂ ਦੀ ਮੈਮਰੀ ਹੈ ਭਾਈ? ਇਹ ਕਿਸ ਤਰ੍ਹਾਂ ਦੀ ਸਟੋਰੇਜ ਡਿਵਾਈਸ ਹੈ? ਤਾਂ ਇਹ ਹੈਗੀ ਭਾਈ C ਨੰਬਰ ਆਪਸ਼ਨ, ਟੈਰੀਸ, ਠੀਕ ਹੈ। ਇਹ ਗੱਲ ਯਾਦ ਰੱਖਣੀ। ਵਿੱਚ ਪ੍ਰੋਗਰਾਮ ਇਜ ਰਨ, ਕਹਿੰਦੇ ਜਿਹੜਾ ਕੋਈ ਵੀ ਪ੍ਰੋਗਰਾਮ, ਕਹਿੰਦੇ ਕਿਹੜਾ ਪ੍ਰੋਗਰਾਮ ਹੈ ਜਿਹੜਾ BIOS ਦੁਆਰਾ ਰਨ ਹੁੰਦਾ ਹੈ? ਟੂ ਚੈੱਕ ਹਾਰਡਵੇਅਰ ਕੰਪੋਨੈਂਟ ਆਰ ਵਰਕਿੰਗ ਪ੍ਰੋਪਰਲੀ ਵਾਈਲ ਕੰਪਿਊਟਰ ਨੇ ਟਰਨਡ ਆਨ। ਕਹਿੰਦੇ ਜਦੋਂ ਆਪਾਂ ਕੰਪਿਊਟਰ ਨੂੰ ਔਨ ਕਰਦੇ ਹਾਂ, ਤੁਹਾਨੂੰ ਦੱਸ ਕੇ ਗਿਆ ਸੀ ਨਾ ਬੂਟਿੰਗ ਬਾਰੇ, ਜਦੋਂ ਆਪਾਂ ਕੰਪਿਊਟਰ ਨੂੰ ਔਨ ਕਰਦੇ ਹਾਂ, ਕਹਿੰਦਾ ਜਿਹੜਾ ਇਹ BIOS ਹੁੰਦਾ ਗਾ ਇਹ ਸਾਰੇ ਪ੍ਰੋਗਰਾਮ ਨੂੰ ਕੀ ਕਰਦਾ ਗਾ? ਚੈੱਕ ਕਰਦਾ ਗਾ ਕਿ ਕੰਪਿਊਟਰ ਭਾਈ ਆਪਣਾ ਪ੍ਰੋਪਰਲੀ ਕੰਮ ਕਰ ਰਿਹਾ ਹੈਗਾ,
ठीक है। ये सारे कंप्यूटर ਨੂੰ ਚੈੱਕ ਕਰਦਾ ਹੈਗਾ। ਇਹ ਕਿਹੜਾ ਇਹ ਪ੍ਰੋਗਰਾਮ ਨੂੰ ਆਪਾਂ ਕੀ ਕਹਿੰਦੇ ਆ, ਜਿਹਨੂੰ BIOS ਚੈੱਕ ਕਰਦਾ ਹਾਰਡਵੇਅਰ ਦੇ ਕੰਪੋਨੈਂਟਾਂ ਨੂੰ ਕਿ ਕੰਪਿਊਟਰ ਸਹੀ ਕੰਮ ਕਰਦਾ। ਜਦੋਂ ਆਪਾਂ ਕੰਪਿਊਟਰ ਨੂੰ ਚਲਾਉਣੇ ਆ ਤਾਂ ਉਹ ਪ੍ਰੋਗਰਾਮ ਨੂੰ ਆਪਾਂ ਕੀ ਕਹਿੰਦੇ ਆ, ਉਹ ਪ੍ਰੋਗਰਾਮ ਨੂੰ ਆਪਾਂ ਕਹਿੰਦੇ ਆ DMOS, पोस्ट, CMOS कि RIP। ठीक है जी। तो इनू आप कहने B नंबर ऑप्शन पोस्ट। ठीक है। वो प्रोग्राम को आप पोस्ट कहांगे जिहड़ा कि BIOS चैक करता कंप्यूटर के हार्डवेयर कंपोनेंट की कंप्यूटर सही काम करता। तो पोस्ट की फुल फॉर्म की है भाई, आ देखो एक बार पंजाबी च देख लो। कंप्यूटर चालू होने वेले हार्डवेयर कंपोनेंट सही वर्किंग नाल काम कर रहे हैं, जांच करने लई BIOS द्वारा किहड़ा प्रोग्राम चलाया जाता है, ये द्वारा चलाया जाता पोस्ट। तो पोस्ट की फुल फॉर्म भी देख लो, पावर ऑन सैल्फ टेस्ट। वेरी वेरी इंपॉर्टेंट है, पावर ऑन सैल्फ टेस्ट। कहने जी रोम है वो की है, नॉन वोल्टालाइट है। जी रोम है वह नॉन वोल्टालाइट है। ये गल सही है तो गलत है? तो ये गल सही है। वोल्टालाइट का मतलब होंगे कि यह एक स्थाई मैंबरी है, अस्थाई मैंबरी है, एक अस्थाई मैंबरी है। कहना मतलब कि ये कोई भी डाटा डिलीट नहीं होंदा, लाइट भजन के नाल कोई भी डाटा नहीं। जी वोल्टालाइट मैंबरी होंदी डाटा भजन के नाल, लाइट भजन का डाटा, जी कल्ली वोल्टालाइट है वो की होंदा, जो लाइट भज जाती है डाटा नाल डिलीट हो जाता। ठीक है। रैम को आप वोल्टालाइट कह देंगे। रोम को आप की कहने होंगे, रैम को कहने आप नॉन वोल्टालाइट। कहने का मतलब कि लाइट के भजन नाल भी कोई फर्क नहीं पैंदा। ये गल याद रखनी है। तो करके नॉन वोल्टालाइट मैंबरी कहा जाता किनू, रोम नू। रैंडम एक्सैस मैंबरी रैम विच स्टोरेज ऑफ डिवाइस, जिहड़ी अपनी रैम हैगी। ठीक है। एक किहड़ी स्टोरेज मैंबरी कहने इनू आपां, प्राइमरी, सैकेंडरी, ऑफलाइन ते टैरीएरी। तो इनू आपां कहने प्राइमरी मैंबरी। ठीक है। रैम नू हमेशा प्राइमरी मैंबरी कहा जाता, जिन्हों मेन मैंबरी भी कह देंगे आपां। ऑपरेशन दोबारा उहदे नाल दी आ गया, रैंडम एक्सैस मैंबरी इज नॉन वोल्टालाइट इन नेचर। ये गल सही है तो गलत है? तो ये गल हैगी है गलत। सो मैं हुणे करवा के गया गा भाई, जिहड़ी रोम होंदी है वो होंदी है अपनी नॉन वोल्टालाइट, जी रैम होंदी है ये अपनी होंदी है वोल्टालाइट। कहने का मतलब, इसका मतलब की है वोल्टालाइट तो नॉन वोल्टालाइट का। वोल्टालाइट का मतलब तो ये होंदा कि लाइट के भजन नाल इहदे विच जिहड़ा डाटा होगा वो खत्म हो जाऊगा, उड़ जूगा। पर जिहड़ी रोम होंदी, जिहड़ी नॉन वोल्टालाइट होंदी है, इनू वोल्ट के नाल कोई फर्क नहीं पैंदा, नो वोल्ट के नाल कोई फर्क नहीं पैंदा। याद कर लो कि वोल्ट के नाल इनू कोई फर्क नहीं पैंदा। किनू नहीं फर्क पैंदा? रोम नू, क्योंकि इहदे डाटा उवें जिवें पिया रहिंदा। ठीक है। आप जाते रहते मोबाइल लैन, आप कहते साडे भाई मोबाइल लैके जाना, अगला कहता भाई आ हैगा 464, कहना 4 GB की रैम है, 64 GB की रोम है। रोम होंदी है रीड ओनली मैंबरी। ठीक है। तो जी रीड ओनली मैंबरी होंदी है उन्होंने आप नॉन वोल्टालाइट कहने हैं। ठीक है। वेरी वेरी इंपॉर्टेंट। CMOS ये फुल फॉर्म की है, कंटेंट मैटल ऑक्साइड सैमीकंडक्टर, कॉम्प्लीमेंटरी मैटल ऑक्साइड सैमीकंडक्टर, कॉम्प्लीमेंटरी मैटल ऑक्सीजन तो कॉम्प्लीमेंटरी मैटल ऑक्सीलेटर। तो यह आंसर है भाई अपना B नंबर ऑप्शन बिल्कुल सही है। कॉम्प्लीमेंटरी मैटल ऑक्साइड सैमीकंडक्टर है, ये फुल फॉर्म CMS होगी। ठीक है। सैकंड जनरेशन ऑफ कंप्यूटर कंसिस्ट्स ऑफ विच ऑफ फॉलोइंग। कहते किहड़ी सैकंड जनरेशन के कंप्यूटर है। ठीक है। सैकंड जनरेशन कंप्यूटर कंसिस्ट्स ऑफ विच फॉलोइंग। सैकंड जनरेशन कंप्यूटर में किहड़ी चीज़ यूज की जाती सी? देखो वैक्यूम ट्यूब तो फस्ट जनरेशन के यूज की जाती सी, BLC करी जाती सी चौथे जनरेशन के। डिवाइड नहीं का कोई मतलब ही नहीं रहा, तो ट्रांजिस्टर का आंसर आ जाऊगा। ठीक है। D नंबर ऑप्शन बिल्कुल सही सकता। सैकंड जनरेशन के चीज़ वरती जाती सी। MPG फैल इंटैक्शन है, ये फैल की एक पहचान है। कि फैल की पहचान है? कहते आडियो फैल की पहचान है, इमेज फैल की पहचान है, वीडियो की या फ्लैश की। तो ये भाई पछाण हैगी C नंबर ऑप्शन वीडियो की। ठीक है। वीडियो की जी फाइल है आप MPG के नाल जोड़ते हैं। कि आप जो खोलते हैं कंप्यूटर के अपना MPG लिखा होंगे, तो उतो अपनी ये चीज़ समझ लेनी चाहिए कि ये वीडियो फाइल पई है अपनी। वेरी वेरी इंपॉर्टेंट पेपर के पूछा गया भाई ये, तो ऐतकी पूछने के फुल चांस ने। SMPS की फुल फॉर्म की है?
ਸਵਿਚਡ ਮੋਡ ਪਾਵਰ ਸਪਲਾਈ, ਸਿੰਪਲ ਮੋਡ ਪਾਵਰ ਸਪਲਾਈ, ਸਟੋਰੇਜ ਮੋਡ ਪਾਵਰ ਸਪਲਾਈ ਕਿ ਸਟੋਰੇਜ ਮੋਡ ਪਾਵਰ ਸਟੋਰੇਜ। ਤਾਂ ਇਹਦਾ ਆਨਸਰ ਹੈਗਾ ਸਵਿਚਡ ਮੋਡ ਪਾਵਰ ਸਪਲਾਈ, ਇਹ ਨੰਬਰ ਆਪਸ਼ਨ। ਕੰਪਿਊਟਰ ਦੇ ਕਿਸੇ ਹਿੱਸੇ ਨੂੰ ਦਿਲ ਮੰਨਿਆ ਜਾਂਦਾ ਹੈ। ਤੁਹਾਨੂੰ ਜਦੋਂ ਪੇਪਰ ਸ਼ੁਰੂ ਕੀਤਾ ਸੀ ਦੱਸ ਕੇ ਕੰਪਿਊਟਰ ਦੇ ਕਿਸੇ ਨੂੰ ਮਾਈਕਰੋ ਪ੍ਰੋਸੈਸਰ ਨੂੰ ਦਿਲ ਮੰਨਿਆ ਜਾਂਦਾ। ਬ੍ਰੇਨ ਜਿਹਨੂੰ ਕਿਹਾ ਜਾਂਦਾ ਹੈਗਾ CPU ਨੂੰ। ਵੈਰੀ ਵੈਰੀ ਇੰਪੋਰਟੈਂਟ, ਬਹੁਤ ਵਾਰੀ ਕਰਵਾਤਾ। ਤਾਂ ਜਿਹੜੇ ਕੰਪਿਊਟਰ ਦੇ ਵਿੱਚ ਆਪਣੀਆਂ ਚਿਪਸ ਹੁੰਦੀਆਂ, ਚਿੱਪਾਂ ਹੁੰਦੀਆਂ ਕੰਪਿਊਟਰ ਦੇ ਵਿੱਚ, ਕਾਹਦੀਆਂ ਬਣੀਆਂ ਹੁੰਦੀਆਂ? ਕਾਪਰ, ਸਟੀਲ, ਸਿਲੀਕੌਨ ਕਿ ਆਇਰਨ। ਤਾਂ ਇਹ ਬਣੀਆਂ ਹੁੰਦੀਆਂ ਹੈਗੀਆਂ ਸਿਲੀਕੌਨ ਦੀਆਂ, ਇਹ ਗੱਲ ਯਾਦ ਰੱਖਣੀ ਹੈ। ਬੇਅਰ BIOS ਹੀ ਸਟੋਰੇਡ। ਕਹਿੰਦੇ BI ਬੇਸਿਕ ਇਨਪੁਟ ਆਊਟਪੁੱਟ ਸਿਸਟਮ ਹੈ ਜਿਹੜੇ ਕਿੱਥੇ ਸਟੋਰੇਜ ਹੁੰਦਾ ਹੈਗਾ? ਹਾਰਡ ਡਿਸਕ ਦੇ ਵਿੱਚ, ਰੈਮ ਦੇ ਵਿੱਚ, ਫਲੈਸ਼ ਮੈਮਰੀ ਚਿਪ ਦੇ ਵਿੱਚ, ਆਲ ਆਫ ਐਨੀ ਆਫ ਅਬਵ, ਕਿਸੇ 'ਚ ਵੀ। ਤਾਂ ਇਹ ਤੁਹਾਨੂੰ ਬਹੁਤ ਵਾਰੀ ਕਰਵਾ ਕੇ ਗਿਆ ਭਾਈ। ਇਹ ਕਾਹਦੀ ਐਗਜ਼ਾਮਪਲ ਹੈਗੀ? ਇਹ ਹੈਗੀ ਆਪਣੀ ਫਲੈਸ਼ ਮੈਮਰੀ ਚਿਪ। ਠੀਕ ਹੈ, BIOS ਸਟੋਰ ਕਿੱਥੇ ਕੀਤਾ ਜਾਂਦਾ ਹੈਗਾ? ਫਲੈਸ਼ ਮੈਮਰੀ ਚਿਪ ਦੇ ਵਿੱਚ। ਵੈਰੀ ਵੈਰੀ ਇੰਪੋਰਟੈਂਟ। ਵਟ ਇਜ਼ ਦਾ ਫੁੱਲ ਫਾਰਮ ਆਫ EXIF? EXIF ਦੀ ਫੁੱਲ ਫਾਰਮ ਕੀ ਹੈ? ਐਕਸਚੇਂਜੇਬਲ ਇਮੇਜ ਫਾਈਨ ਫਿਨਿਸ਼। ਠੀਕ ਹੈ, ਤਾਂ ਇਹ ਤੁਸੀਂ ਦੇਖ ਲਓ। ਤਾਂ ਇਹਦਾ ਆਨਸਰ ਹੈਗਾ ਭਾਈ B ਨੰਬਰ ਆਪਸ਼ਨ, ਐਕਸਚੇਂਜੇਬਲ ਇਮੇਜ ਫਾਈਲ ਫਾਰਮੈਟ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਤੁਹਾਨੂੰ ਹੁਣੀ ਕਰਵਾ ਕੇ ਗਿਆ ਸੀ ਮੈਂ। ਕਹਿੰਦੇ BIOS ਕਾਹਦੇ ਵਿੱਚ ਯੂਜ ਕੀਤਾ ਜਾਂਦਾ ਹੈਗਾ? ਕਾਹਦੇ ਵਾਸਤੇ ਯੂਜ ਕੀਤਾ ਜਾਂਦਾ ਹੈਗਾ? ਤੁਹਾਨੂੰ ਬਹੁਤ ਵਾਰੀ ਕਰਵਾਤੇ। ਅਪਲੋਡਿੰਗ ਵਾਸਤੇ ਨਹੀਂ ਯੂਜ ਕੀਤਾ ਜਾਂਦਾ। ਤੁਹਾਨੂੰ ਦੱਸਿਆ ਸੀ ਕਿ ਜਦੋਂ ਆਪਾਂ ਕੰਪਿਊਟਰ ਚਲਾਉਂਦੇ ਹਾਂ ਤਾਂ ਜਿਹੜਾ ਰੋਮ ਦਾ ਡਾਟਾ ਹੁੰਦਾ ਗਾ ਉਹ ਰੈਮ 'ਤੇ ਚੜ੍ਹਦਾ ਗਾ। ਲੋਡ ਹੀ ਹੁੰਦਾ ਗਾ, ਜਦੋਂ ਇੱਕ ਚੀਜ਼ ਤੋਂ ਦੂਜੀ ਚੀਜ਼ 'ਤੇ ਚੀਜ਼ ਲੋਡ ਹੀ ਹੋਊਗੀ ਨਾ, ਲੋਡ ਹੁੰਦਾ ਗਾ। ਇਹ ਗੱਲ ਯਾਦ ਰੱਖਣੀ। ਤਾਂ ਇਹ ਕਾਹਦੇ 'ਚ ਆ ਗਿਆ ਆਪਣਾ? ਆਹ ਪਿਆ ਲੋਡਿੰਗ ਦਾ ਆਪਰੇਟਿੰਗ ਸਿਸਟਮ। ਠੀਕ ਹੈ, ਤਾਂ ਇਹ ਚੀਜ਼ ਨੂੰ ਆਪਾਂ ਬੂਟਿੰਗ ਕਹਿ ਦਿੰਦੇ ਹਾਂ। ਇਹ ਗੱਲ ਵੀ ਯਾਦ ਰੱਖਣੀ ਹੈ। ਬੂਟਿੰਗ ਦੋ ਤਰ੍ਹਾਂ ਦੀ ਹੁੰਦੀ ਹੈ, ਕੋਲਡ ਬੂਟਿੰਗ ਅਤੇ ਹੌਟ ਬੂਟਿੰਗ। ਜਦੋਂ ਕੰਪਿਊਟਰ ਨੂੰ ਆਪਾਂ ਰੀਸਟਾਰਟ ਕਰਦੇ ਹਾਂ ਤਾਂ ਉਹਨੂੰ ਤਾਂ ਆਪਾਂ ਕਹਿੰਦੇ ਹਾਂ ਹੌਟ ਬੂਟਿੰਗ। ਜੇ ਕੰਪਿਊਟਰ ਨੂੰ ਆਪਾਂ ਬੰਦ ਕਰਕੇ ਚਲਾਉਂਦੇ ਉਹਨੂੰ ਆਪਾਂ ਕਹਿੰਦੇ ਹਾਂ ਕੋਲਡ ਬੂਟਿੰਗ। ਇਹ ਗੱਲ ਯਾਦ ਰੱਖਣੀ ਹੈ। 1 MB ਕਿਹਦੇ ਬਰਾਬਰ ਹੈਗਾ? ਬਹੁਤ ਵਾਰੀ ਤੁਹਾਨੂੰ ਕਰਵਾਇਆ ਹੋਇਆ ਹੈਗਾ। ਠੀਕ ਹੈ, MB ਤੋਂ ਛੋਟੀ ਕਿਹੜੀ ਮੈਮਰੀ ਹੁੰਦੀ ਹੈ? KB। 1024 KB ਤੋਂ ਮਿਲ ਕੇ ਕੀ ਬਣਦਾ ਹੈਗਾ? 1 MB। 1024 KB ਪਿਆ ਆ ਪਿਆ। ਠੀਕ ਹੈ, ਇਹ ਤੋਂ ਬਾਅਦ KB, MB, ਟੇਰਾ, ਪੇਟਾ, ਐਕਸਾ, ਜੈਟਾ, ਜੋਟਾ। ਠੀਕ ਹੈ, ਇਹ ਮੈਮਰੀ ਦੀ ਐਗਜ਼ਾਮਪਲ ਤੁਹਾਨੂੰ ਦੱਸ ਕੇ ਗਿਆ ਸੀ। ਗਾਹਾਂ ਦੀ ਗਾਹਾਂ ਚੱਲਦੀ ਹੈ। 4 ਮਿੰਟ ਦਾ ਇੱਕ ਨਿਬਲ ਹੁੰਦਾ। ਇਹ ਗੱਲ ਵੀ ਯਾਦ ਰੱਖਣੀ ਹੈ। ਐਂਡ ਇਲੈਕਟ੍ਰੋਨਿਕ ਪਾਥ। ਕਹਿੰਦੇ ਇੱਕ ਇਲੈਕਟ੍ਰੋਨਿਕ ਪਾਥ ਆ, ਪਾਥ ਮੀਨਿੰਗ ਦਾ ਰਸਤਾ। ਡੈਟ ਸੈਂਡ ਸਿਗਨਲ। ਕਹਿੰਦੇ ਉਹ ਇੱਕ ਸਿਗਨਲ ਸੈਂਡ ਕਰ ਰਿਹਾ ਵਨ ਪਾਰਟ ਆਫ ਕੰਪਿਊਟਰ ਦੇ ਅਨੋਦਰ ਪਾਰਟ ਤੱਕ। ਕਹਿੰਦੇ ਇੱਕ ਇਲੈਕਟ੍ਰੋਨਿਕ ਦਾ ਰਸਤਾ ਹੈਗਾ, ਉਹ ਕੰਪਿਊਟਰ ਨੂੰ ਸਿਗਨਲ ਸੈਂਡ ਕਰ ਰਿਹਾ ਇੱਕ ਹਿੱਸੇ ਤੋਂ ਕੰਪਿਊਟਰ ਦੇ ਦੂਸਰੇ ਹਿੱਸੇ ਤੱਕ। ਤਾਂ ਕੌਣ ਸੈਂਡ ਕਰ ਰਿਹਾ ਹੈਗਾ? ਲੌਜਿਕ ਗੇਟ। ਇਹ ਤਾਂ ਆ ਹੀ ਨਹੀਂ ਸਕਦਾ। ਮੋਡਮ ਨਾਲ ਇੰਟਰਨੈਟ ਵਾਸਤੇ ਵੱਧ। ਸੀਰੀਅਲ ਪੋਰਟ ਨਾਲ ਕੋਈ ਸੰਬੰਧ ਨਹੀਂ। ਬੱਸਸ ਨਾਲ ਹੁੰਦਾ ਹੈਗਾ। ਠੀਕ ਹੈ, ਉਹ ਜਿਹੜੇ ਪਲੱਗ ਜਿਹੇ ਹੁੰਦੇ ਉਹਨੂੰ ਬੱਸਸ ਕਹਿ ਦਿੰਦੇ ਆਪਾਂ। ਇਹਨਾਂ ਦੇ ਵਿੱਚੋਂ ਕਿਹੜਾ ਇੱਕ ਆਊਟ ਹੈਗਾ? ਇੰਕਜੈਟ ਪ੍ਰਿੰਟਰ, ਲੇਜ਼ਰ ਪ੍ਰਿੰਟਰ, ਡਾਟ ਮੈਕਸ ਪ੍ਰਿੰਟਰ। ਇਹ ਤਾਂ ਸਾਰੇ ਆ ਗਏ ਵੀ ਪ੍ਰਿੰਟਰ ਦਾ ਐਗਜ਼ਾਮਪਲ ਆ। CRT ਹੈਗਾ। CRT ਹੈ ਕੀ ਹੈਗਾ? ਇਹ ਤਾਂ ਹੈਗੀ ਕੈਥੋਡ ਰੇ ਟਿਊਬ। ਠੀਕ ਹੈ, ਇਹਦਾ ਕੰਮ ਦਾ ਮੀਟਰ ਨਾਲ ਆ ਗਿਆ, ਇਹਨਾਂ ਦਾ ਕੋਈ ਸੰਬੰਧ ਹੀ ਨਹੀਂ ਹੈਗਾ। ਸਕਰੀਨ ਆ ਗਈ ਤਾਂ ਇੱਕ ਤਰ੍ਹਾਂ ਦੀ। ਤਾਂ 43 ਦਾ B ਨੰਬਰ ਆਪਸ਼ਨ ਬਿਲਕੁਲ ਸਹੀ ਹੈਗਾ ਕਿ ਇਹ ਇਹਨਾਂ ਦੇ ਵਿੱਚੋਂ ਅਲੱਗ ਹੈਗਾ। ਵਿਚ ਡਿਵਾਈਸ ਅਮੰਗ ਫੋਲੋਇੰਗ ਇਜ਼ ਯੂਜ਼ਡ ਟੂ ਸੈਂਡਿੰਗ ਡਿਜੀਟਲ ਡਾਟਾ ਓਵਰ ਏ ਫੋਨ ਲਾਈਨ। ਇਹਦਾ ਤੁਹਾਨੂੰ ਅੱਖਾਂ ਵਿੱਚ ਕੀ ਨਿਸ਼ਾਨੀ ਲਾ ਦੋਗੇ? ਤਾਂ ਤੁਸੀਂ ਕਹਿੰਦੇ ਡਿਜੀਟਲ ਸਿਗਨਲ ਭੇਜਿਆ ਜਾਂਦਾ ਫੋਨ ਲਾਈਨ ਦੇ ਦੁਆਰਾ ਡਾਟਾ। ਠੀਕ ਹੈ, ਉਹ ਕੌਣ ਭੇਜਦਾ? ਮੋਡਮ ਭੇਜਦਾ। ਮੋਡਮ ਦਾ ਕੀ ਕੰਮ ਹੈ? ਮੋਡੂਲੇਟਰ ਕਰਨਾ ਅਤੇ ਡੀਮੋਡੂਲੇਟਰ ਕਰਨਾ। ਮੋਡਮ ਦਾ ਕੰਮ ਹੈਗਾ ਗਾ ਐਨਾਲੋਗ ਨੂੰ ਡਿਜੀਟਲ ਸਿਗਨਲ ਦੇ ਵਿੱਚ ਬਦਲਣਾ ਅਤੇ ਡਿਜੀਟਲ ਨੂੰ ਐਨਾਲੋਗ ਸਿਗਨਲ ਦੇ ਵਿੱਚ ਬਦਲਣਾ। ਇਹ ਤੁਹਾਨੂੰ ਕਰਵਾਇਆ ਹੋਇਆ ਮੈਂ। ਠੀਕ ਹੈ, ਤਾਂ ਮੋਡਮ ਮੇਰਾ ਆਨਸਰ ਆ ਜਾਊਗਾ D ਨੰਬਰ ਆਪਸ਼ਨ। ਕਹਿੰਦੇ ਜਿਹੜਾ IP ਐਡਰੈਸ ਹੁੰਦਾ ਆਪਣਾ, IP ਦੀ ਮਤਲਬ ਹੁੰਦੀ ਹੈ ਇੰਟਰਨੈਟ ਪ੍ਰੋਟੋਕੋਲ। ਇੰਟਰਨੈਟ ਪ੍ਰੋਟੋਕੋਲ ਵਰਜਨ 4 ਹੈ। ਇਹ ਕਿੰਨੇ ਫਾਰਮੈਟ 'ਤੇ ਕੰਮ ਕਰਦਾ? ਵੈਰੀ ਵੈਰੀ ਇੰਪੋਰਟੈਂਟ ਹੈ। ਇਹ ਫਾਰਮੈਟ 'ਤੇ ਕੰਮ ਕਰਦਾ ਭਾਈ
32 ਬਿਟ ਤੇ ਵੈਰੀ ਵੈਰੀ ਇੰਪੋਰਟੈਂਟ। ਇਹ ਲੈਕਚਰ ਭਾਈ ਜਿਹਨੇ ਐਕਸਾਈਜ਼ ਇੰਸਪੈਕਟਰ ਦਾ ਪੇਪਰ ਦੇਣਾ, ਸੁਪਰਵਾਈਜ਼ਰ ਦਾ ਪੇਪਰ ਦੇਣਾ, ਜਿਹੜੇ ਬੱਚੇ ਨੇ ਇਹ ਲੈਕਚਰ ਵਾਲੇ ਤੋਂ ਬਾਹਰ ਪ੍ਰੈਸ਼ਨ ਨਹੀਂ ਆਊਗਾ ਉਹਨਾਂ ਨੂੰ, ਠੀਕ ਹੈ। ਇਨ ਬੈਂਕਿੰਗ ਰੇਲਵੇ ETC ਵਿੱਚ ਕੰਪਿਊਟਰ ਯੂਜ਼ ਕਰਦੇ, ਬੈਂਕਿੰਗ ਦੇ ਵਿੱਚ ਅਤੇ ਰੇਲਵੇ ਦੇ ਵਿੱਚ ਜਿਹੜੇ ਕੰਪਿਊਟਰ ਯੂਜ਼ ਕੀਤੇ ਜਾਂਦੇ, ਕੰਪਿਊਟਰ ਕਿਹੜੇ ਯੂਜ਼ ਕੀਤੇ ਜਾਂਦੇ, ਉਹ ਯੂਜ਼ ਕੀਤੇ ਜਾਂਦੇ। ਮਿਨੀ ਤਾਂ ਯੂਜ਼ ਕਰ ਹੀ ਨਹੀਂ ਸਕਦੇ, ਮਾਈਕਰੋ ਵੀ ਨਹੀਂ ਕਰ ਸਕਦੇ। ਮਾਈਕਰੋ ਤਾਂ ਆਪਣੇ ਉਹ ਹੁੰਦੇ ਜਿਹੜੇ ਘਰਾਂ 'ਚ ਹੁੰਦੇ ਆ। ਤਾਂ ਸੁਪਰ ਕੰਪਿਊਟਰ ਤਾਂ ਉਹ ਵਰਤਦੇ ਜਿਹੜੇ ਵਿਗਿਆਨੀ ਹੁੰਦੇ ਆ, ਵੱਡੇ ਵੱਡੇ ਕੰਮਾਂ ਵਾਸਤੇ ਵਰਤੇ ਜਾਂਦੇ, ਭੁਚਾਲ ਨੂੰ ਮਿਲਣ ਵਾਸਤੇ ਜਾਂ ਹੋਰ ਘੱਟ ਘਟਾ ਕੇ ਆਪਣੇ ਕੋਲ ਮੇਨ ਫਰੇਮ ਕੰਪਿਊਟਰ ਬਚ ਗਿਆ, ਠੀਕ ਹੈ। ਬੈਂਕਿੰਗ ਦੇ ਵਿੱਚ ਸਾਰਿਆਂ 'ਚ ਇਹੀ ਚੀਜ਼ ਵਰਤੇ ਜਾਂਦੇ, ਮੇਨ ਫਰੇਮ। ਵਿੱਚ ਟਾਈਪ ਆਫ ਸੌਫਟਵੇਅਰ ਆਪਰੇਟਿੰਗ ਸਿਸਟਮ, ਜਿਹੜਾ ਆਪਰੇਟਿੰਗ ਸਿਸਟਮ ਹੈ ਕਿਸ ਟਾਈਪ ਦਾ ਸੌਫਟਵੇਅਰ ਹੈ। ਯੂਟੀਲਿਟੀ ਸੌਫਟਵੇਅਰ ਤਾਂ ਹੋ ਨਹੀਂ ਸਕਦਾ। ਯੂਟੀਲਿਟੀ ਸੌਫਟਵੇਅਰ ਤਾਂ ਹੁੰਦਾ ਗਾ ਵਾਇਰਸ ਨੂੰ ਰਿਮੂਵ ਕਰਨ ਵਾਸਤੇ। ਸਿਸਟਮ ਸੌਫਟਵੇਅਰ ਐਪਲੀਕੇਸ਼ਨ ਸੌਫਟਵੇਅਰ ਹੁੰਦਾ ਕਿਸੇ ਸਪੈਸ਼ਲ ਪਰਪਸ ਵਾਸਤੇ ਬਣਾਇਆ ਗਿਆ ਹੋਵੇ। ਫਰਮਵੇਅਰ ਇਹਦਾ ਵੀ ਨਾਲ ਦਾ ਸੇਮ ਟੂ ਸੇਮ ਹੀ ਕੰਮ ਹੈ। ਤਾਂ ਕੰਮ ਕੱਟ ਕੜਾ ਕਿਹੜਾ ਹੋਇਆ, ਸਿਸਟਮ ਸੌਫਟਵੇਅਰ ਜਿਹੜਾ ਜੇ ਗੱਲ ਸੁਣੋ ਬੱਚੋ, ਜੇ ਸਿਸਟਮ ਚੱਲੂਗਾ ਫਿਰ ਹੀ ਆਪਰੇਟ ਹੋਊਗਾ ਨਾ, ਤਾਂ ਸਿਸਟਮ ਸੌਫਟਵੇਅਰ ਨੂੰ ਵੀ ਆਪਰੇਟਿੰਗ ਸਿਸਟਮ ਕਹਿੰਦੇ ਨੇ, ਇੱਕ ਹੀ ਮਤਲਬ ਹੁੰਦਾ ਦਾ। ਵਿੱਚ ਟਾਈਪ ਆਫ ਸਵਿਚਿੰਗ ਇਜ਼ ਯੂਜ਼ਡ ਇੰਟਰਨੈਟ, ਕਹਿੰਦੇ ਇੰਟਰਨੈਟ ਦੇ ਵਿੱਚ, ਠੀਕ ਹੈ, ਕਿਹੜੀ ਟਾਈਪ ਦਾ ਸਵਿਚ ਯੂਜ਼ ਕੀਤਾ ਜਾਂਦਾ ਹੈਗਾ। ਇੰਟਰਨੈਟ ਦੇ ਵਿੱਚ ਕਿਸ ਟਾਈਪ ਦੀ ਸਵਿਚਿੰਗ ਯੂਜ਼ ਕੀਤੀ ਜਾਂਦੀ ਹੈ, ਤਾਂ ਇਹ ਯੂਜ਼ ਕੀਤੀ ਜਾਂਦੀ ਹੈ ਪੈਕਟ, ਕਿਉਂਕਿ ਇੰਟਰਨੈਟ ਦੇ ਵਿੱਚ ਜਦੋਂ ਕੋਈ ਡਾਟਾ ਆਪਾਂ ਨੂੰ ਆਉਂਦਾ ਉਹ ਪੈਕਟ ਦੇ ਰੂਪ ਦੇ ਵਿੱਚ ਆਉਂਦਾ। ਇਹ ਗੱਲ ਯਾਦ ਰੱਖਣੀ ਹੈ। ਇੰਟਰਨੈਟ ਰਾਹੀਂ ਜਦੋਂ ਡਾਟਾ ਆਊਗਾ ਉਹਨੂੰ ਆਪਾਂ ਪੈਕਟ ਕਹਿ ਸਕਦੇ, ਪਰ ਆਪਾਂ ਕਹਿੰਦੇ ਨਹੀਂ, ਆਪਾਂ ਕਹਿੰਦੇ ਡਾਟਾ, ਪਰ ਉਹਨੂੰ ਪੈਕਟ ਕਿਹਾ ਜਾਂਦਾ ਅਸਲ ਦੇ ਵਿੱਚ, ਆਪਾਂ ਦੇਖੀਏ ਤਾਂ ਜੀ, ਠੀਕ ਹੈ। ਇਸ ਨੂੰ ਮੈਂ ਕਰਵਾ ਕੇ ਗਿਆ ਸੀ ਨੈਟਵਰਕ ਵਾਲੇ ਚੈਪਟਰ ਦੇ ਵਿੱਚ, ਜਿਹਦੇ ਤੁਹਾਨੂੰ 7 ਲੇਅਰ ਕਰਵਾਈਆਂ ਸੀ। ਉਹਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ ਨੈਟਵਰਕ ਲੇਅਰ ਹੈਗੀ, ਇੰਟਰਨੈਟ ਦੀ ਲੇਅਰ, ਇੰਟਰਨੈਟ ਵਾਲੀ ਲੇਅਰ, ਉਹਦੇ ਵਿੱਚ ਡਾਟੇ ਨੂੰ ਪੈਕਟ ਕਿਹਾ ਜਾਂਦਾ ਹੈਗਾ। ਹਾਂ, ਪੈਕਟ ਕਿਹਾ ਜਾਂਦਾ। ਇੰਟਰਨੈਟ ਵਿੱਚ ਕਿਸ ਕਿਸਮ ਦੀ ਸਵਿਚਿੰਗ ਦੀ ਵਰਤੋਂ ਕੀਤੀ ਜਾਂਦੀ ਹੈ, ਉਹੀ ਪ੍ਰਸ਼ਨ ਦੁਬਾਰੇ ਆ ਗਿਆ, ਪੈਕਟ ਦੀ। ਮਾਈਕਰੋਸੋਫਟ ਆਫਿਸ ਕਿਸ ਤਰ੍ਹਾਂ ਦਾ ਸੌਫਟਵੇਅਰ ਹੈ। MS ਆਫਿਸ ਇਹ ਸੌਫਟਵੇਅਰ ਨਹੀਂ ਹੈਗਾ, ਹਾਂ ਸੌਫਟਵੇਅਰ ਹੈ ਇਹ, ਐਪਲੀਕੇਸ਼ਨ ਸੌਫਟਵੇਅਰ ਹੈ MS ਆਫਿਸ। ਇਹ 3 ਤਰ੍ਹਾਂ ਦੇ ਹੁੰਦੇ ਆ, MS ਪਾਵਰਪੁਆਇੰਟ, MS ਐਕਸਲ, MS ਵਰਡ, ਠੀਕ ਹੈ। MS ਪਾਵਰਪੁਆਇੰਟ ਦੀ ਫਾਈਲ ਇੰਡੈਕਸ਼ਨ ਦਾ ਨਿਸ਼ਾਨੀ ਹੈਗੀ PPT, ਇਹਦੀ ਫਾਈਲ ਦੇ ਬਾਰੇ PPT ਲਿਖਿਆ ਹੋਊਗਾ। ਜੇ ਐਕਸਲ ਲਿਖਿਆ ਆਪਾਂ ਸਮਝ ਲਓ ਕਿ 2007 ਤੋਂ ਬਾਅਦ ਦਾ ਵਰਜਨ ਹੈ। ਐਕਸਲ ਦੇ ਵਿੱਚ ਹੁੰਦਾ XLS, ਜੇ 2007 ਤੋਂ ਵੱਧ ਜਾਂਦਾ ਨਾਲ X ਹੋਰ ਲੱਗ ਜੂਗੀ। ਇਹਦੇ ਮਗਰ ਲਿਖਿਆ ਹੋਊਗਾ DOS, ਜੇ 2007 ਤੋਂ ਵੱਧ ਜਾਂਦਾ DOS X ਲਿਖਿਆ ਹੋਊਗਾ। ਤਾਂ ਕਿਹੜਾ ਸੌਫਟਵੇਅਰ ਹੈ, ਇੱਕ ਐਪਲੀਕੇਸ਼ਨ ਸੌਫਟਵੇਅਰ ਹੈ। ਸਿਸਟਮ ਸੌਫਟਵੇਅਰ ਤਾਂ ਹੋ ਨਹੀਂ ਸਕਦਾ ਇਹ। ਯੂਟੀਲਿਟੀ ਸੌਫਟਵੇਅਰ ਹੁੰਦਾ ਜੇ ਵਾਇਰਸ ਰਿਮੂਵ ਕਰਦਾ ਆਪਣੇ ਫੋਨ ਦੇ ਵਿੱਚੋਂ, ਤਾਂ ਐਪਲੀਕੇਸ਼ਨ ਸੌਫਟਵੇਅਰ ਇਹ ਯਾਦ ਰੱਖਣੀ ਇਹ ਗੱਲ। ਕਹਿੰਦੇ ਇੰਟਰਸੈਕਸ਼ਨ ਆਫ ਕਾਲਮ ਐਂਡ ਰੋ ਇਜ਼ ਕਾਲਡ, ਕਹਿੰਦੇ ਜਦੋਂ ਰੋ ਅਤੇ ਕਾਲਮ ਇੱਕ ਦੂਜੇ ਨੂੰ ਕੱਟਦੀਆਂ ਤਾਂ ਕੀ ਬਣਦਾ। ਜੇ ਰੋ ਅਤੇ ਕਾਲਮ ਇੱਕ ਦੂਜੇ ਨੂੰ ਕੱਟਦੀਆਂ ਤਾਂ ਡੱਬੀਆਂ ਨਹੀਂ ਬਣ ਗਈਆਂ, ਆਹ ਡੱਬੀ ਬਣ ਗਈ, ਆਹ ਡੱਬੀ ਬਣ ਗਈ। ਡੱਬੀ ਨੂੰ ਕੀ ਕਹਿੰਦੇ ਆਪਾਂ, ਸ਼ੈੱਲ। ਤਾਂ ਇਹਦਾ ਆਨਸਰ ਹੈਗਾ C ਨੰਬਰ ਆਪਸ਼ਨ। ਕਹਿੰਦੇ ਜੇ ਕਾਲਮ ਦੇ ਰੋ ਇੱਕ ਦੂਜੇ ਨੂੰ ਕੱਟਦੀਆਂ, ਇੰਟਰਸੈਕਸ਼ਨ ਕਰਦੀਆਂ, ਤਾਂ ਉਹਨੂੰ ਆਪਾਂ ਕਹਾਂਗੇ ਸ਼ੈੱਲ। ਇਹ ਵਾਇਰਲੈਸ ਟੈਕਨੋਲੋਜੀ, ਇਹਨਾਂ ਦੇ ਵਿੱਚੋਂ ਕਿਹੜੀ ਵਾਇਰਲੈਸ ਟੈਕਨੋਲੋਜੀ ਹੈ। ਬਿਲਟ ਇਨ ਇਲੈਕਟ੍ਰੋਨਿਕ ਗੈਜਟ ਯੂਜ਼ਡ ਫੋਰ ਦਾ ਐਕਸਚੇਂਜ ਡਾਟਾ ਓਵਰ ਸ਼ੋਰਟ ਡਿਸਟੈਂਸ, ਕਹਿੰਦੇ ਇਹਨਾਂ ਦੇ ਵਿੱਚ ਕਿਹੜੀ ਉਹ ਬਿਨਾਂ ਤਾਰ ਵਾਲੀ ਟੈਕਨੋਲੋਜੀ, ਜਿਹੜੀ ਵਿੱਚ ਤਾਰ ਦੀ ਵਰਤੋਂ ਨਹੀਂ ਹੁੰਦੀ, ਜਿਹੜੀ ਆਪਾਂ ਵਰਤਦੇ ਹਾਂ ਥੋੜ੍ਹੇ ਡਿਸਟੈਂਸ ਵਾਸਤੇ, ਤਾਂ ਉਹ ਕਿਹੜੀ ਭਾਈ ਇਹਨਾਂ ਦੇ ਵਿੱਚੋਂ ਚੀਜ਼ ਵਰਤੀ ਜਾਂਦੀ ਹੈ। ਕਿਹੜਾ ਇਲੈਕਟ੍ਰੋਨਿਕ ਗੈਜਟ ਹੈ ਜਿਹੜਾ ਵਰਤਿਆ ਜਾਂਦਾ ਹੈਗਾ। ਵਾਈਫਾਈ, ਠੀਕ ਹੈ, ਵਾਈਫਾਈ ਵੀ ਵੈਸੇ ਆਪਾਂ ਯੂਜ਼ ਕਰਦੇ ਹਾਂ, ਠੀਕ ਹੈ, ਪਰ ਮੋਡਮ ਨਹੀਂ ਯੂਜ਼ ਕਰਦੇ, USB ਯੂਜ਼ ਕਰਦੇ। ਰੌਲਾ ਇਹਨਾਂ ਦੋਨਾਂ 'ਚ ਪੈਂਦਾ ਗਾ। ਜੇ ਆਪਾਂ ਦੇਖੀਏ ਤਾਂ ਆਨਸਰ ਤਾਂ ਦੋਨੇ ਸਹੀ ਹੈ, ਕਿਉਂਕਿ ਵਾਈਫਾਈ ਹੈ ਜਿਹੜਾ ਉਹ ਵੀ ਆਪਾਂ ਬਿਨਾਂ ਉਹ ਤੋਂ ਯੂਜ਼ ਕਰਦੇ ਹਾਂ, ਅਤੇ ਬਲੂਟੁੱਥ ਵੀ ਬਿਨਾਂ ਵਾਇਰ ਤੋਂ ਯੂਜ਼ ਕਰਦੇ ਹਾਂ, ਠੀਕ ਹੈ। ਇਹ ਗੱਲ ਤਾਂ ਆਪਾਂ ਨੂੰ ਪਤਾ ਹੈਗਾ, ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੀ ਬਲੂਟੁੱਥ ਉਹ ਵਾਇਰਲੈਸ ਵੱਜਦੀ ਹੈ ਜ਼ਿਆਦਾ, ਠੀਕ ਹੈ। ਤਾਂ ਇਹਦਾ ਆਨਸਰ ਹੈਗਾ ਆਪਣਾ A ਨੰਬਰ ਆਪਸ਼ਨ, ਠੀਕ ਹੈ। ਸ਼ੋਰਟ ਡਿਸਟੈਂਸ ਵਾਸਤੇ ਵਰਤਿਆ ਜਾਂਦਾ ਹੈਗਾ। ਇਲੈਕਟ੍ਰੋਨਿਕ ਯੰਤਰਾਂ ਦੇ ਵਿੱਚ ਬਣੀ ਇੱਕ ਵਾਇਰਲੈਸ ਟੈਕਨੋਲੋਜੀ, ਉਹ ਥੋੜ੍ਹੀ ਦੂਰੀ ਦੇ ਡਾਟਾ ਦਾ ਆਦਾਨ ਪ੍ਰਦਾਨ ਕਰਨ ਲਈ ਬਣੀ ਜਾਂਦੀ ਹੈ, ਡਾਟਾ ਆਦਾਨ ਪ੍ਰਦਾਨ ਕਰਨ ਲਈ ਬਣੀ ਜਾਂਦੀ ਹੈ। ਤਾਂ ਫਿਰ ਡਾਟਾ ਆਦਾਨ ਪ੍ਰਦਾਨ ਆਪਾਂ ਬਲੂਟੁੱਥ ਤੋਂ ਕਰਦੇ ਹਾਂ, ਤਾਂ ਆਨਸਰ ਹੈ ਬਲੂਟੁੱਥ ਹੀ ਰਹੂਗਾ। ARP ਦੀ ਫੁੱਲ ਫਾਰਮ ਕੀ ਹੈ। ਐਡਰੈਸ ਰਿਵਰਸ ਪ੍ਰੋਟੋਕੋਲ, ਐਡਰੈਸ ਰੈਜੂਲੇਸ਼ਨ ਪ੍ਰੋਟੋਕੋਲ, ਐਡਰੈਸ ਰਿਪ੍ਰੈਜ਼ੈਂਟੇਟਿਵ ਪ੍ਰੋਟੋਕੋਲ, ਐਡਰੈਸ ਰਿਕਾਰਡਿੰਗ ਪ੍ਰੋਟੋਕੋਲ। ਤਾਂ ਇਹਦਾ ਆਨਸਰ ਹੈਗਾ ਵੀ B ਨੰਬਰ ਆਪਸ਼ਨ, ਐਡਰੈਸ ਰੈਜੂਲੇਸ਼ਨ ਪ੍ਰੋਟੋਕੋਲ ARP ਦਾ ਮਤਲਬ ਹੈਗਾ। ਵਿਚ ਇਜ਼ ਰਿਸਪੋਂਸੀਬਲ ਫॉर ਕਮਿਊਨੀਕੇਸ਼ਨ ਬਿਟਵੀਨ ਮੈਮਰੀ ਐਂਡ ALU, ਕਹਿੰਦੇ ਜਿਹੜਾ ਆਪਣਾ ਕਮਿਊਨੀਕੇਸ਼ਨ ਸੰਬੰਧ ਮੈਮਰੀ ਹੋ ਗਈ ਇੱਕ ਤਾਂ ਆਪਣੀ ਮੈਮਰੀ ਪਲੱਸ
ALU हो गया अरथमैटिक लॉजिक यूनिट, इन्होंने दोनों के जिहड़ा संबंध करदा गा, संबंध कायम रखदा कौन रखदा गा, तो कौन रखूगा भी संबंध काहदे च हुंदे दोनों चीज़ां ये हुंदे कंट्रोल यूनिट दे विच। तो C नंबर ऑप्शन आ जाऊगा, कंट्रोल यूनिट लिखना सी इत्थे। CPU दे विच आ गई सारियां चीज़ां, पहले ऑपरेशन दे विच करवा के गया होया ये चीज़ मैं तुहानूं। कीबोर्ड तो कोई संबंध कर ही नहीं सकता, कीबोर्ड का ALU नाल की संबंध है, रैम का भी कोई संबंध नहीं, USB का भी कोई संबंध नहीं, तो पोर्ट है USB का। जैक्यूरी का फादर कौन है? जैक्यूरी का फादर बेंट कफ तो हो नहीं सकता, इंटरनेट का है। चार्ल्स बेल कंप्यूटर का ये भी नहीं हो सकता। तो यदा आंसर भाई आना चाहिए अपने को B ऑप्शन, हाँ B ऑप्शन ही आऊगा, जॉन रिजीन, ठीक है ये आऊगा। जैक्यूरी के पिता किसनों कहा जाता है, हुणे करके गए जॉन रेसिन। ऑपरेशन तुसीं आपदे आप हल करना। इन CPU कहते जो CPU एक्सक्यूट मैंने होंगे कोई चीज़ चलाना, कहते जो CPU चलाउंदा गा मल्टीपल प्रोग्राम एक समय ते ही, उन्होंने आप की कहने इसनूं करवा के गया, उन्होंने आप कहांगे मल्टी प्रोग्रामिंग। D नंबर ऑप्शन है बिल्कुल सही आंसर है। C++ जी लैंगुएज की खोज किने करी सी, इसनूं करवा के गया स्टीव जॉब्स का एप्पल का गा, ये तो आ ही नहीं सकता। B जार ने ये भी नहीं आ सकता, ये जावा का शायद। तो डेनिस रिची आऊगा, डेनिस रिची जो C++ का सी का, नहीं ये की C++ का, हाँ सच B जार, सॉरी एदा गा याद रखनी है, ठीक है। B जार ने यदा C++ का नाम वाले आ जाते हैं यार। वन वाइट कारे बराबर है? वन वाइट बराबर है 8 विड्थ दे, ठीक है ये गल याद रखनी है। वेरी इंपॉर्टेंट है, ये करवा के गया तुहानूं OSI बारे। कहते OSI की फुल फॉर्म की है? ओपन सिस्टम ओपन सोर्स इंटरैक्शन की आऊगा, ये आप देख लें। D नंबर ऑप्शन बिल्कुल सही है, ओपन सिस्टम इंटरकनैक्शन। वेरी इंपॉर्टेंट ऑपरेशन है, वेरी इंपॉर्टेंट, ठीक है। OSI के तुहानूं सारा कुछ करवा के गया है, किहड़ियां ये बसेस यूज की जाएंगे, सारा कुछ A to Z करवा के गया हुआ मैं। वन निब्बल कारे बराबर है? वेरी इंपॉर्टेंट है, वन निब्बल है 4 बिट के बराबर। ULSI अल्ट्रा लार्ज स्केल इंटीग्रेटेड, अल्ट्रा लार्ज स्केल इंटीग्रेटेड यूज़ की जाती है कि जनरेशन के कंप्यूटरों के विच? देखो सैकंड जनरेशन के की यूज़ की जाती, सैकंड जनरेशन के यूज़ की जाती ट्रांसरजिस्टर, थर्ड के यूज़ की जाती सी IC, चौथे में यूज़ किए जाने लग गए अपने माइक्रो प्रोसैसर प्लस VLSI। तो ये यूज़ की जाती है भाई 5वीं जनरेशन के विच, ठीक है याद रखना। 5वीं जनरेशन के यूज़ की जाती है ULSI प्लस AI, ये दोनों चीज़ां 5वीं जनरेशन के यूज़ की जाती हैं। कीबोर्ड की खोज किहने करी सी? स्टीव जॉब्स तो कर ही नहीं सकता, तो ये भी खोज करी सी अपने D नंबर ऑप्शन ने क्रिस्टोफर लैथम शोर्स, इन्हें करी सी कीबोर्ड की खोज, ठीक है। आप किहड़ा कीबोर्ड यूज़ करते हैं? QWERTY, QWERTY वाला यूज़ करते हैं आप, ये गल याद रखनी है। कंप्यूटर की है कि अपनी फेमस इनपुट डिवाइस हैगी। EEPROM EEROM की होंगे तुम दस के, असं रोम अपन 3 किस्म होंगे, EEPROM EEPROM, ठीक है, कली प्रोम। ये तो होंगे प्रोग्राम रीड ओनली मैमरी, होंगे इलैक्ट्रीकल प्रोग्राम रीड ओनली मैमरी। तो जिन्हों ई लग जाए इन्हें लग जाना होंगे इलैक्ट्रॉनिकल, ठीक है, अरेजेबल प्रोग्राम रीड ओनली मैमरी। रीड ओनली मैमरी देखो पिछों चक लो पहले, तो जे कढ़ना है रीड ओनली मैमरी कि मगर पियागा, इन्होंने दोनों मगर पिया नहीं, ऑप्शन रहेगा दोनों के दोनों ऑप्शन कट्टिया गई हैं। तो इलैक्ट्रीकली होंगे, इलैक्ट्रॉनिकली नहीं होंगे, इलैक्ट्रीकली अरेजेबल प्रोग्राम रीड ओनली मैमरी। कहना मतलब आप बारी बारी अरेज भी कर सकते हैं। अरेज का मतलब कि जी होंगी है EEPROM,
ई प्रोम ਦੇ ਵਿੱਚ ਤਾਂ ਆਪਾਂ ਇਲੈਕਟ੍ਰੀਕਲੀ ਪ੍ਰੋਗਰਾਮ ਰੀਡ ਓਨਲੀ ਮੈਮਰੀ ਇੱਕ ਵਾਰੀ ਮਤਲਬ ਇਹਨੂੰ ਅਰੇਂਜ ਕਰ ਸਕਦੇ ਹਾਂ, ਠੀਕ ਹੈ। ਤੇ ਇਹਨੂੰ ਆਪਾਂ ਕਈ ਵਾਰ ਕਰ ਸਕਦੇ ਹਾਂ, ਗੱਲ ਯਾਦ ਰੱਖਣੀ ਹੈ। ਵਟ ਇਜ਼ ਦਾ ਮੀਨਿੰਗ ਆਫ OMR? ਤੁਸੀਂ ਹੁਣ ਪੇਪਰ ਦੇਣ ਜਾਓਗੇ ਸਿਪਾਹੀਆਂ ਦਾ, ਠੀਕ ਹੈ, OMR ਸ਼ੀਟ 'ਤੇ ਜਾਓਗੇ ਪੇਪਰ ਦੇਣ, ਤਾਂ ਉਹ ਜਿਹੜੀ OMR ਸ਼ੀਟ ਹੁੰਦੀ ਫੁੱਲ ਫਾਰਮ ਕੀ ਹੁੰਦੀ ਹੈ? ਆਪਟੀਕਲ ਮਾਰਕ ਰੀਡਰ, A ਨੰਬਰ ਆਪਸ਼ਨ, ਠੀਕ ਹੈ। ਆਪਟੀਕਲ ਮਾਰਕ ਰੀਡਰ ਚੰਗੀ ਤਰ੍ਹਾਂ ਦੇਖ ਲਓ ਇਹ ਚੀਜ਼। ਬਟ ਕੈਨ ਵੀ ਕੰਸੀਡਰ ਐਸ ਬੇਸਿਕ ਬਿਲਡਿੰਗ ਬਲੋਕ ਆਫ ਡਿਜੀਟਲ ਸਰਕਟ? ਕਹਿੰਦੇ ਜਿਹੜੇ ਆਪਣੇ ਡਿਜੀਟਲ ਸਰਕਟ ਹੁੰਦੇ ਆ ਇਹਦੇ ਵਿੱਚ ਇੱਕ ਬਲੋਕ ਬਣੇ ਹੋਏ ਹੁੰਦੇ ਆ ਅਲੱਗ-ਅਲੱਗ ਤਰ੍ਹਾਂ ਦੇ, ਠੀਕ ਹੈ। ਬਿਲਡਿੰਗ ਬਲੋਕ ਹੁੰਦੇ ਆ ਬੇਸਿਸ 'ਤੇ, ਬਿਲਡਿੰਗ ਦੇ ਬੇਸ 'ਤੇ ਬਲੋਕ ਬਣਾਏ ਹੋਏ ਹੁੰਦੇ ਆ ਡਿਜੀਟਲ ਸਰਕਟ ਦੇ ਵਿੱਚ, ਤਾਂ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ? ਉਹਨਾਂ ਨੂੰ ਆਪਾਂ ਕਹਿੰਦੇ ਆ ਵੀ ਲੌਜਿਕ ਗੇਟ। ਇਹ ਯਾਦ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਆਪਰੇਸ਼ਨ ਬਹੁਤ ਜ਼ਿਆਦਾ ਹਾਈ ਲੈਵਲ ਦਾ ਆਪਰੇਸ਼ਨ ਹੈ ਇਹ, ਠੀਕ ਹੈ। ਪਰ ਤੁਹਾਨੂੰ ਬਹੁਤ ਵਾਰੀ ਪਤਾ ਸਪੈਲ ਚੈੱਕ ਵਾਸਤੇ ਕਿਹੜੀ ਕੀ ਵਰਤੀ ਜਾਂਦੀ ਹੈ? F7। ਵਿੱਚ ਟਾਈਪ ਆਫ ਸਟੋਰੇਜ ਡਿਵਾਈਸ ਆਫ ਬੇਸਿਕ ਇਨਪੁਟ ਆਊਟਪੁੱਟ ਸਿਸਟਮ, ਕਿਹੜੀ ਟਾਈਪ ਦੀ BIOS ਹੈ ਜਿਹੜੀ, ਕਿਹੜੀ ਟਾਈਪ ਦੀ ਸਟੋਰੇਜ ਹੈ? ਤਾਂ ਵੀ ਇਹ ਆਪਰੇਸ਼ਨ ਦੁਬਾਰਾ ਰਿਪੀਟ ਹੋਇਆ ਵਾ, ਠੀਕ ਹੈ। ਇਹ ਪ੍ਰਾਇਮਰੀ ਸਟੋਰੇਜ ਹੈ, ਠੀਕ ਹੈ। ਪ੍ਰਾਇਮਰੀ ਡਿਵਾਈਸ ਦੀ ਇੱਕ ਸਟੋਰੇਜ ਹੈ। ਵਟ ਟਾਈਪ ਸਟੋਰੇਜ ਡਿਵਾਈਸ ਆਫ BIOS? ਕਹਿੰਦੇ ਵਿੱਚ ਕਿਹੜੀ ਟਾਈਪ ਦੀ BIOS ਸਟੋਰੇਜ ਹੈ? ਤਾਂ ਇਹ ਹੈਗੀ ਹੈ ਪ੍ਰਾਇਮਰੀ ਦੀ, ਠੀਕ ਹੈ। ਦੁਬਾਰਾ ਆਪਰੇਸ਼ਨ ਪੰਜਾਬੀ 'ਚ ਇਹ ਵਿੱਚ ਇਜ਼ ਐਪਲੀਕੇਸ਼ਨ ਸੋਫਟਵੇਅਰ ਅਮੰਗ ਫੋਲੋਇੰਗ, ਇਹਨਾਂ ਦੇ ਵਿੱਚੋਂ ਕਿਹੜਾ ਇੱਕ ਐਪਲੀਕੇਸ਼ਨ ਸੋਫਟਵੇਅਰ ਹੈਗਾ? ਐਪਲੀਕੇਸ਼ਨ ਸੋਫਟਵੇਅਰ ਇਹਨਾਂ ਦੇ ਵਿੱਚੋਂ ਕਿਹੜਾ ਹੈਗਾ? ਦੇਖੋ ਮਾਈਕਰੋਸੋਫਟ ਆਫਿਸ ਆ ਜਿਹੜਾ, ਇਹ ਮਾਈਕਰੋਸੋਫਟ ਆਪਰੇਟਿੰਗ ਸਿਸਟਮ, ਇਹ ਆਪਾਂ ਨੂੰ ਪਤਾ ਹੀ ਹੈ। ਆਹ ਤਾਂ ਦੋਨੇ ਭਾਸ਼ਾ ਟਰਾਂਸਲੇਟਰ ਹੈ, ਕੀ ਹੈ ਇਹ? ਭਾਸ਼ਾ ਨੂੰ ਟਰਾਂਸਲੇਟ ਕਰਨ ਵਾਲੇ ਹੈ, ਠੀਕ ਹੈ। ਇਹਨਾਂ ਨੇ ਪੁੱਛਿਆ ਸੋਫਟਵੇਅਰ, ਐਪਲੀਕੇਸ਼ਨ ਸੋਫਟਵੇਅਰ, ਤਾਂ ਫਿਰ MS Office ਹੀ ਹੈਗਾ, ਠੀਕ ਹੈ। ਇਹ ਗੱਲ ਯਾਦ ਰੱਖਣੀ ਹੈ। ਇਹ ਆਪਰੇਟਿੰਗ ਇਹ ਸਿਸਟਮ ਸੋਫਟਵੇਅਰ ਇਹ ਤਾਂ ਆ ਹੀ ਨਹੀਂ ਸਕਦਾ। ਇਨ ਕੰਪਿਊਟਰ ਵਟ ਕਨਵਰਟ AC ਟੂ DC? AC ਦਾ ਮਤਲਬ ਹੁੰਦਾ ਅਲਟਰਨੇਟਿਵ ਕਰੰਟ, ਅਲਟਰਨੇਟਿਵ ਕਰੰਟ। DC ਦਾ ਮਤਲਬ ਹੁੰਦਾ ਡਾਇਰੈਕਟ ਕਰੰਟ। ਇਹ ਗੱਲ ਯਾਦ ਰੱਖਣੀ ਹੈ, ਠੀਕ ਹੈ। ਜਿਹੜੇ ਬੱਚੇ ਫਿਜ਼ਿਕਸ ਪੜ੍ਹੀ ਹੋਊਗੀ ਉਹਨਾਂ ਨੂੰ ਪਤਾ ਹੋਊਗਾ। ਪਲੱਸ 2 'ਚ ਮੇਰੇ ਕੋਲ ਫਿਜ਼ਿਕਸ ਹੁੰਦੀ ਸੀ, ਫਿਜ਼ਿਕਸ ਕੈਮਿਸਟਰੀ ਮੈਥ, ਤਾਂ ਉਹਦੇ 'ਚ ਆਹ ਚੀਜ਼ਾਂ ਬਹੁਤ ਪੁੱਛੀਆਂ ਜਾਂਦੀਆਂ ਹੁੰਦੀਆਂ ਸੀ। ਫਿਜ਼ਿਕਸ ਦੇ ਵਿੱਚ ਆਹੀ ਚੀਜ਼ਾਂ ਹੁੰਦੀਆਂ ਸੀ। ਕਹਿੰਦੇ ਕੰਪਿਊਟਰ ਦੇ ਵਿੱਚ AC ਤੋਂ DC ਦੇ ਵਿੱਚ ਕੌਣ ਬਦਲਦਾ? ਤਾਂ ਇਹ ਬਦਲਦਾ ਭਾਈ ਆਪਣਾ D ਨੰਬਰ ਆਪਸ਼ਨ, SMPS। ਵੈਰੀ 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 ਇੰਪੋਰਟੈਂਟ ਆਪਰੇਸ਼ਨ ਹੈ ਇਹ ਹੁਣ ਤੱਕ ਦਾ ਸਾਰਿਆਂ ਤੋਂ, ਠੀਕ ਹੈ। ਇਸ ਤੋਂ ਬਾਅਦ ਅੱਗੇ, ਠੀਕ ਹੈ ਜੀ। ਅਤੇ ਇੱਕ ਵਾਰੀ ਆਹ ਦੇਖ ਲਓ, ਇੱਕ ਵਾਰੀ ਫੁੱਲ ਫਾਰਮ ਦੇਖ ਲਓ ਇਹਦੀ। SMPS ਦੀ ਫੁੱਲ ਫਾਰਮ ਕੀ ਹੈ? ਸਵਿਚਡ ਮੋਡ ਪਾਵਰ ਸਪਲਾਈ। ਦੇਖੋ ਬੱਚੋ ਭਾਵੇਂ ਕੰਪਿਊਟਰ ਦਾ ਨੰਬਰ 5 ਨੰਬਰਾਂ ਦੀ ਆਉਣਾ ਗਾ, ਪਰ 5 ਨੰਬਰ ਵੀ ਆਪਣੇ ਕਿਤੇ ਨਾ ਕਿਤੇ ਜਾ ਕੇ ਬਹੁਤ ਇੰਪੋਰਟੈਂਟ ਬਣ ਜਾਂਦੇ ਆ। ਜਿਹੜੇ ਬੱਚੇ ਮੈਥ 'ਚੋਂ ਕਮਜ਼ੋਰ ਨੇ, ਆਹ 5 ਨੰਬਰ ਤੁਹਾਡੇ ਇਹਦੇ 'ਚ ਬਣ ਜਾਣਗੇ, ਠੀਕ ਹੈ ਨਾ। ਤਾਂ ਕਰਕੇ ਕੁਛ ਨਹੀਂ ਛੱਡਣਾ ਇਹ ਆਪਰੇਸ਼ਨ ਕੋਈ ਵੀ। ਜੇ ਨਹੀਂ ਆਉਂਦਾ ਮੈਨੂੰ ਪੁੱਛ ਲਿਓ, ਕਮੈਂਟਾਂ ਦੇ ਵਿੱਚ ਪੁੱਛ ਲਿਆ ਕਰੋ। ਦੇਖੋ ਇਸ ਤੋਂ ਬਾਅਦ ਅੱਗੇ ਚੱਲਦੇ ਆਪਾਂ। ਵਿੱਚ ਅਮੰਗ ਫੋਲੋਇੰਗ ਇਜ਼ ਰਿਸਪੋਂਸੀਬਲ ਫੋਰ ਸਪੈਸੀਫਾਈਂਗ ਐਡਰੈਸ ਆਫ ਮੈਮਰੀ ਲੋਕੇਸ਼ਨ? ਕੋਈ ਔਖਾ ਆਪਰੇਸ਼ਨ ਨਹੀਂ, ਇਹੀ ਪੁੱਛਦੇ ਆ। ਕਹਿੰਦੇ ਜਿਹੜੀ ਆਪਣੀ ਮੈਮਰੀ ਦੀ ਲੋਕੇਸ਼ਨ ਹੁੰਦੀ ਹੈ, ਠੀਕ ਹੈ, ਉਹਦੀ ਲੋਕੇਸ਼ਨ ਰੱਖਣ ਵਾਸਤੇ ਉਹਨੂੰ ਕੌਣ ਚੀਜ਼ ਰੱਖਦੀ, ਕਿਹੜੀ ਉਹਦੀ ਲੋਕੇਸ਼ਨ ਵਾਸਤੇ ਰਿਸਪੋਂਸੀਬਲ ਹੁੰਦੀ ਹੈ? ਮੈਮਰੀ ਦੀ ਲੋਕੇਸ਼ਨ ਕੌਣ ਦੱਸਦਾ ਆਪਾਂ ਨੂੰ? ਐਡਰੈਸ ਬਸ ਹੀ ਦੱਸੂਗੀ ਕਿੰਨੇ ਵਜੇ ਤੱਕ ਕਰਕੇ ਗਏ। ਇਹ ਪੇਪਰ 'ਚ ਵੀ ਆਇਆ ਹੋਇਆ ਹੈਗਾ, ਇਹ ਪੇਪਰ 'ਚ ਆਇਆ ਹੋਇਆ ਪੁੱਤਰ ਆਪਰੇਸ਼ਨ। ਗੱਲ ਸੁਣ ਲਓ, ਜੇ ਆਪਰੇਸ਼ਨ ਕੋਈ ਵੀ ਪੈਂਦਾ ਐਕਸਾਈਜ਼ ਇੰਸਪੈਕਟਰ ਦਾ, ਜਾਂ ਕੋਈ ਵੀ ਪੇਪਰ ਪੈਂਦਾ ਐਕਸਾਈਜ਼ ਇੰਸਪੈਕਟਰ, ਪੰਜਾਬ ਪੁਲਿਸ ਕਾਂਸਟੇਬਲ, ਜਾਂ ਕੋਈ ਵੀ ਸੁਪਰਵਾਈਜ਼ਰ ਦਾ, ਇਹ ਵੀਡੀਓ ਦੇ ਵਿੱਚੋਂ ਮਿਲੂਗਾ। ਗੱਲ ਲਿਖ ਕੇ ਦੇਣ ਨੂੰ ਤਿਆਰ ਹੈ, ਲਿਖ ਕੇ ਦਿੰਦਾ ਗਾ, ਠੀਕ ਹੈ। ਇਹਦੇ ਵਿੱਚੋਂ ਹੀ ਮਿਲੂਗਾ ਆਪਰੇਸ਼ਨ। ਇੱਕ ਬੱਚਾ ਕਹਿੰਦੇ ਸਰ ਤੁਸੀਂ ਲਿਖ ਕੇ ਬੜੀ ਛੇਤੀ ਦਿੰਦੇ ਹੋ। ਬੱਚੋ ਜਿਹਨੂੰ ਆਪਣੇ ਕੰਟੈਂਟ 'ਤੇ ਭਰੋਸਾ ਹੁੰਦਾ ਨਾ ਉਹੀ ਲਿਖ ਕੇ ਦਿੰਦਾ ਗਾ। ਮੇਰਾ ਉਹ ਕੰਮ ਨਹੀਂ ਹੈਗਾ ਕਿ ਮੂੰਹ ਚੱਕ ਕੇ ਸਿਰਫ ਉਹੀ 2 ਆਪਰੇਸ਼ਨ ਕਰਾਉਣ ਲੱਗ ਗਿਆ ਤੁਹਾਨੂੰ, ਠੀਕ ਹੈ। ਜੇ ਮੈਨੂੰ ਕੋਈ ਆਪ ਹੈਗਾ ਐਕਸਪੀਰੀਅੰਸ ਕਿ ਆਹ ਚੀਜ਼ ਪੁੱਛੀ ਜਾਂਦੀ ਹੈ, ਬਾਕੀ ਤੁਸੀਂ ਮੇਰਾ ਤਜਰਬਾ ਦੇਖ ਹੀ ਲਿਆ ਹੋਊਗਾ ਜੇਲ੍ਹ ਵਾਰਡਨ ਦੇ ਪੇਪਰਾਂ ਵਿੱਚ ਅਤੇ ਹੈੱਡ ਕਾਂਸਟੇਬਲ ਦੇ ਪੇਪਰਾਂ 'ਚ, ਠੀਕ ਹੈ। ਵਿੱਚ ਅਮੰਗ ਫੋਲੋਇੰਗ ਇਜ਼ ਰਿਸਪੋਂਸੀਬਲ ਫੋਰ ਫਾਈਂਡਿੰਗ ਐਂਡ ਲੋਡਿੰਗ ਆਪਰੇਟਿੰਗ ਸਿਸਟਮ ਇਨਟੂ ਰੈਮ? ਕੀ ਕਹਿੰਦਾ ਇਹ? ਕਹਿੰਦੇ ਇਹਨਾਂ ਵਿੱਚੋਂ ਕਿਹੜੀ ਚੀਜ਼ ਰਿਸਪੋਂਸੀਬਲ ਹੈ ਜਿਹੜੀ ਫਾਈਂਡ ਐਂਡ ਲੋਡਿੰਗ ਕਰਦੀ ਹੈ ਆਪਰੇਟਿੰਗ ਸਿਸਟਮ ਦਾ ਡਾਟਾ ਰੈਮ 'ਤੇ? ਇਹਦਾ ਤੁਹਾਨੂੰ ਕਿੰਨੇ ਵਾਰੀ ਕਰਵਾ ਕੇ ਗਿਆ, ਕੌਣ ਕਰਦੀ ਹੈ? BIOS। ਇਹ ਕੀ ਹੈ ਨਾ ਰਿਸਪੋਂਸੀਬਲ। ਦੇਖੋ ਬੱਚੋ ਵੈਸੇ ਤਾਂ
करती है BIOS, ठीक है, बेसिक इनपुट आउटपुट सिस्टम रिस्पोंसिबल। ਜਿਹੜੀ ਕਹਿੰਦੇ ਫਾइंड ਲੱਭ ਕੇ ਲਿਆਉਂਦੀ ਹੈ ਤਾਂ ਉਹ ਹੋਊਗਾ ਬੂਟਸਟ੍ਰੈਪ ਲੋਡਰ। ਸਹੀ ਆ, ਇਹ ਨੰਬਰ ਆਪਸ਼ਨ ਆ ਜਾਊਗਾ ਫਿਰ ਜੇ ਲੋਡਰ ਆ ਗਿਆ ਨਾ, ਫਾइंडिंग ਆ ਗਿਆ। ਠੀਕ ਹੈ, ਇਹ ਪ੍ਰਸ਼ਨ ਆ ਬੱਚੋ ਵਿੱਚ ਦੋ ਆਨਸਰ ਇਹ ਨਾ ਹੀ ਆਪਸ਼ਨ ਦੇ ਦਿੰਦੇ ਜਿਹਦੇ 'ਚ 2 ਆਨਸਰ ਬਣਦੇ ਹੁੰਦੇ ਆ। ਠੀਕ ਹੈ, ਉਹ ਕੰਟਰੋਵਰਸੀਅਲ ਪ੍ਰਸ਼ਨ ਹੁੰਦੇ ਆ। ਇਹ ਤੋਂ ਬਾਅਦ ਚੱਲਦੇ ਹਾਂ ਅਗਲੇ 'ਤੇ। ਕਹਿੰਦੇ ਬਾਏ ਪ੍ਰੈਸਿੰਗ ਵਿੱਚ ਕੀ ਵੀ ਕੈਨ ਮੂਵ ਟੂ ਬਿਗਨਿੰਗ ਆਫ ਪੇਜ। ਕਹਿੰਦੇ ਪੇਜ ਦੇ ਆਪਾਂ ਸ਼ੁਰੂ ਦੇ ਵਿੱਚ ਜਾਣਾ ਗਾ। ਠੀਕ ਹੈ, ਇਹਦੇ ਵਿੱਚ ਕਿਹੜੀ ਕੀ ਦੱਬਾਂਗੇ ਤਾਂ ਆਪਾਂ ਦੱਬਾਂਗੇ ਹੋਮ ਕੀ। ਠੀਕ ਹੈ, ਤਾਂ ਆਪਾਂ ਪੇਪਰ ਦੇ ਪੇਜ ਦੇ ਬਿਗਨਿੰਗ ਦੇ ਵਿੱਚ ਵਗ ਜਾਂਗੇ। ਬਿਗਨਿੰਗ ਮਤਲਬ ਸ਼ੁਰੂਆਤੀ ਦੇ ਪੜਾਅ ਦੇ ਵਿੱਚ। ਰੈਮ ਦੀ ਫੁੱਲ ਫਾਰਮ ਕੀ ਹੈ? ਰੈਂਡਮ ਐਕਸੈਸ ਮੈਮਰੀ। ਇਹ ਤੁਹਾਨੂੰ ਆਉਂਦਾ ਹੀ ਹੋਊਗਾ ਸਾਰਿਆਂ ਨੂੰ। ਵੈਰੀ ਵੈਰੀ ਇੰਪੋਰਟੈਂਟ, TIFF ਦੀ ਫੁੱਲ ਫਾਰਮ ਕੀ ਹੈ? ਦਾ ਇਮੇਜ ਫਾਈਲ ਫਾਰਮੈਟ, ਟੈਗਡ ਇਮੇਜ ਫਾਈਲ ਫਾਰਮੈਟ, ਟੈਗਡ ਇਮੇਜ ਫਾਈਲ ਫਾਰਮੈਟ, ਦਾ ਇਮੇਜ ਫੈਕਸ ਫਾਰਮੈਟ। ਤਾਂ ਇਹਦਾ ਆਨਸਰ ਹੈਗਾ B ਨੰਬਰ ਆਪਸ਼ਨ। ਟੈਗਡ ਇਮੇਜ ਫਾਈਲ ਫਾਰਮੈਟ ਆ ਜਿਹੜੀ ਉਹ TIFF ਦੀ ਫੁੱਲ ਫਾਰਮ ਆ ਬਈ, ਗੱਲ ਯਾਦ ਰੱਖਣੀ ਹੈ। ਕੰਪਿਊਟਰ ਰੈਜੂਲੇਸ਼ਨ ਮੀਅਰ, ਕੰਪਿਊਟਰ ਦੀ ਜਿਹੜੀ ਰੈਜੂਲੇਸ਼ਨ ਹੁੰਦੀ ਹੈ, ਕਲੀਅਰਟੀ ਹੁੰਦੀ ਹੈ ਕੰਪਿਊਟਰ ਦੀ, ਕਾਹਦੇ ਨਾਲ ਮਿਲੀ ਜਾਂਦੀ ਹੈ? ਇਹ ਹਰੇਕ ਬੱਚੇ ਨੂੰ ਪਤਾ ਹੋਣਾ ਚਾਹੀਦਾ। ਨੰਬਰ ਆਫ ਪਿਕਸਲ। ਆਪਾਂ ਕਹਿੰਦੇ ਹੁੰਦੇ ਆਪਣਾ ਮੋਬਾਈਲ 12 ਮੈਗਾਪਿਕਸਲ ਦਾ, ਆਪਣਾ ਮੋਬਾਈਲ 16 ਮੈਗਾਪਿਕਸਲ ਦਾ, ਆਪਣਾ ਮੋਬਾਈਲ 50 ਮੈਗਾਪਿਕਸਲ ਦਾ। ਠੀਕ ਹੈ, ਤਾਂ ਜਿੰਨੇ ਜ਼ਿਆਦਾ ਪਿਕਸਲ ਹੋਣਗੇ ਉਨੀ ਜ਼ਿਆਦਾ ਰੈਜੂਲੇਸ਼ਨ ਹੋਊਗੀ, ਕਲੀਅਰਟੀ ਜ਼ਿਆਦਾ ਹੋਊਗੀ। ਠੀਕ ਹੈ, ਇਹ ਗੱਲ ਯਾਦ ਰੱਖਿਓ। ਥੋੜ੍ਹੀ ਜਿਹੀ ਕਿਸੇ ਨੇ 4 ਮੀ ਮੋਬਾਈਲ ਰੱਖਿਆ ਕਿ 4 ਮੀ ਦਾ ਮੋਬਾਈਲ ਆਉਂਦਾ ਹੁੰਦਾ ਸੀ ਪਹਿਲਾਂ? ਰੱਖਿਆ ਕਿਸੇ ਨੇ 4 ਮੀ ਦਾ ਮੋਬਾਈਲ? ਵਿੱਚ ਆਰ ਦਾ ਮੇਨ ਪਾਰਟ ਆਫ ਸੈਂਟਰਲ ਪ੍ਰੋਸੈਸਿੰਗ ਯੂਨਿਟ, ਜਿਹੜੇ CPU ਹੁੰਦਾ ਆਪਣਾ, ਜਿਹਨੂੰ ਆਪਾਂ ਕੰਪਿਊਟਰ ਦਾ ਬ੍ਰੇਨ ਕਹਿੰਦੇ, ਉਹਦਾ ਮੇਨ ਪਾਰਟ ਕਿਹੜਾ ਇਹਨਾਂ ਦੇ ਵਿੱਚੋਂ? ਕੰਟਰੋਲ ਯੂਨਿਟ ਅਤੇ ਅਰਥਮੈਟਿਕ ਲੌਜਿਕ ਯੂਨਿਟ, SMTP, USB। ਤਾਂ ਮੇਨ ਪਾਰਟ ਭਾਈ ਉਹਦਾ A ਨੰਬਰ ਆਪਸ਼ਨ ਹੀ ਹੈਗਾ। ਠੀਕ ਹੈ, ਫਰੋਮ ਵਿੱਚ ਈਅਰ 5th ਜਨਰੇਸ਼ਨ ਕੰਪਿਊਟਰ ਕੰਸੀਡਰ ਕਿ ਜਿਹੜੀ ਆਪਣੀ 5th ਜਨਰੇਸ਼ਨ ਦੇ ਕੰਪਿਊਟਰ ਸੀ ਇਹ ਕਿਦੋਂ ਮਤਲਬ ਕੰਸੀਡਰ ਹੋਏ ਸੀ? ਦੇਖੋ ਤੁਸੀਂ ਇਹਨਾਂ ਡੇਟਾ ਚੱਕੋਗੇ, ਕਿਸੇ ਮਰਜ਼ੀ ਨੈੱਟ ਤੋਂ ਚੱਕ ਲਓ, ਕਿਸੇ ਮਰਜ਼ੀ ਬੁੱਕ ਤੋਂ ਚੱਕ ਲਓ, ਕਿਸੇ ਦੇ ਤੁਹਾਨੂੰ ਸੇਮ ਨਹੀਂ ਮਿਲਿਆ, ਸਾਰਿਆਂ ਦੇ ਅਲੱਗ ਅਲੱਗ ਮਿਲਣਗੇ। ਤਾਂ ਸਿਰਫ ਇੱਕ ਅੰਕੜਾ ਯਾਦ ਕਰ ਲਓ, B ਨੰਬਰ ਆਪਸ਼ਨ। 1980, 1985 ਕੁਛ ਵੀ ਮਿਲ ਗਿਆ ਤਾਂ ਉਹ ਆਨਸਰ ਲਾ ਦਿਓ ਤੁਸੀਂ, ਨੇੜੇ ਤੇੜੇ ਹੋਇਆ ਜਿਹੜਾ। ਠੀਕ ਹੈ, 5th ਜਨਰੇਸ਼ਨ ਕੰਪਿਊਟਰ ਆਪਣੀ 1980 ਦੇ ਵਿੱਚ ਸਟਾਰਟ ਹੋਈ ਸੀ। ਕੈਮ ਦੀ ਫੁੱਲ ਫਾਰਮ ਕੀ ਹੈ? ਕੰਪਿਊਟਰ ਐਡਡ ਮੈਨੂਫੈਕਚਰਿੰਗ। ਠੀਕ ਹੈ, A ਨੰਬਰ ਆਪਸ਼ਨ ਜਿਹੜਾ ਬਿਲਕੁਲ ਸਹੀ ਆਨਸਰ ਹੈ। ਕੈਮ ਦੀ ਫੁੱਲ ਫਾਰਮ ਕੰਪਿਊਟਰ ਐਡਡ ਮੈਨੂਫੈਕਚਰਿੰਗ। ਕਿਉਂਕਿ ਵੀਡੀਓ ਬੜੀ ਲੰਬੀ ਹੋਈ ਜਾਂਦੀ ਤਾਂ ਕਰਕੇ ਮੈਨੂੰ ਸ਼ਾਰਟਕਟ 'ਚ ਜਾਣ ਲੱਗ ਗਿਆ। ਵਿੱਚ ਟਰਮ ਇਜ ਰਿਲੇਟਡ ਟੂ ਡਾਟਾਬੇਸ। ਇਹਨਾਂ ਦੇ ਵਿੱਚ ਕਿਹੜੀ ਟਰਮ ਡਾਟਾਬੇਸ ਨਾਲ ਮਤਲਬ ਮੇਲ ਖਾਂਦੀ ਹੈ? ਰਿਲੇਟ ਆ ਡਾਟਾਬੇਸ ਦੇ ਨਾਲ। ਇਹ ਹੈਗੀ ਆ ਵੀ C ਨੰਬਰ ਆਪਸ਼ਨ। ਜਿਹੜੀ ਅਰੇਕਲ ਹੈ ਇਹ ਆਪਣੀ ਡਾਟਾਬੇਸ ਦੇ ਨਾਲ ਕਿਤੇ ਨਾ ਕਿਤੇ ਰਿਲੇਟ ਕਰਦੀ ਹੈ। ਵਿੱਚ ਅਮੰਗ ਫੋਲੋਵਿੰਗ ਇੰਜਨ ਆਫ ਕੰਪਿਊਟਰ। ਕੰਪਿਊਟਰ ਦਾ ਇੰਜਨ ਕਿਹਨੂੰ ਕਿਹਾ ਜਾਂਦਾ ਹੈਗਾ? ਮਾਊਸ ਨੂੰ। ਮਾਊਸ ਦਾ ਇੰਜਨ ਕਹਿ ਨਹੀਂ ਸਕਦੇ, ਨਾ ਸਕੈਨਰ ਨੂੰ ਕਹਿ ਸਕਦੇ, ਨਾ ਮੋਨੀਟਰ ਨੂੰ ਕਹਿ ਸਕਦੇ। ਠੀਕ ਹੈ, ਕੰਪਿਊਟਰ ਇੰਜਨ ਆਪਾਂ ਕਿਹਨੂੰ ਕਹਾਂਗੇ? ਪ੍ਰੋਸੈਸਰ ਨੂੰ। ਮਾਈਕਰੋ ਪ੍ਰੋਸੈਸਰ ਨੂੰ ਆਪਾਂ ਕੰਪਿਊਟਰ ਇੰਜਨ ਕਹਾਂਗੇ, ਕਿਉਂਕਿ ਸਾਰੇ ਸਿਸਟਮ ਨੂੰ ਜਿਹੜਾ ਪ੍ਰੋਸੈਸਰ ਚਲਾਉਂਦਾ ਕੰਪਿਊਟਰ ਦੇ ਨੂੰ, ਤਾਂ ਜਿਵੇਂ ਹੀ ਜਿਹੜੀ ਕੋਈ ਚੀਜ਼ ਹੁੰਦੀ ਉਹਨੂੰ ਇੰਜਨ ਚਲਾਉਂਦਾ ਹੁੰਦਾ। ਤਾਂ D ਨੰਬਰ ਆਪਸ਼ਨ ਇਹਦਾ ਬਿਲਕੁਲ ਸਹੀ ਆਨਸਰ ਹੈ। ਵਿੱਚ ਲੈਂਗੁਏਜ ਵਾਰ ਫਸਟ ਜਨਰੇਸ਼ਨ ਕੰਪਿਊਟਰ, ਕਿਹੜੀ ਲੈਂਗੁਏਜ ਯੂਜ਼ ਕੀਤੀ ਗਈ ਸੀ ਫਸਟ ਜਨਰੇਸ਼ਨ ਕੰਪਿਊਟਰ ਦੇ ਵਿੱਚ? ਸਾਰਿਆਂ ਨੂੰ ਪਤਾ ਹੀ ਹੈ ਤੁਹਾਨੂੰ, ਮਸ਼ੀਨ ਲੈਂਗੁਏਜ। ਸੈਕਿੰਡ ਦੇ ਵਿੱਚ ਅਸੈਂਬਲੀ ਲੈਂਗੁਏਜ। ਜਿਹੜੀ ਕੈਚ ਮੈਮਰੀ 'ਚ ਲੋਕੇਟਡ, ਜਿਹੜੀ ਕੈਚ ਮੈਮਰੀ ਹੁੰਦੀ ਹੈ ਕਿੱਥੇ ਲੋਕੇਟ ਹੁੰਦੀ ਹੈ? ਜਿਹੜੀ ਕੈਚ ਮੈਮਰੀ ਹੁੰਦੀ ਹੈ ਆਪਣੀ ਇਹ ਕਿੱਥੇ ਲੋਕੇਟ ਹੁੰਦੀ ਹੈ? ਸਕੈਨਰ ਦੇ ਵਿੱਚ ਨੋ, ਮੋਨੀਟਰ ਦੇ ਵਿੱਚ ਨੋ। ਆਪਸ਼ਨ CPU ਅਤੇ ਔਨ ਫਾਈਲ ਸਰਵਿਸ ਬਣ ਗਈਆਂ। ਅਤੇ ਇਹਦੇ ਵਿੱਚ ਆਨਸਰ ਹੈਗਾ ਭਾਈ ਇਹਦਾ A ਨੰਬਰ ਆਪਸ਼ਨ। CPU ਦੇ ਵਿੱਚ ਹੁੰਦੀ ਹੈ ਜਿਹੜੀ ਆਪਣੀ ਮੈਮਰੀ ਹੁੰਦੀ ਹੈ ਕੈਚ ਮੈਮਰੀ। ਕੈਚ ਮੈਮਰੀ ਕਿਹਦੇ ਹਿੱਸੇ ਦੇ ਵਿੱਚ ਆ ਜਾਂਦੀ ਹੈ? ਰੈਮ ਦੇ ਵਿੱਚ ਆ ਜਾਂਦੀ ਹੈ। ਰੋਮ ਇਜ ਨੋਟ ਪਰਮਾਨੈਂਟ, ਗਲਤ ਤਾਂ ਸਹੀ ਹੈ? ਗਲਤ ਹੈ। ਜਿਹੜੀ ਰੋਮ ਉਹ ਪਰਮਾਨੈਂਟ ਹੈ, ਰੈਮ ਹੈ ਜਿਹੜੀ ਉਹ ਨੋਨ ਪਰਮਾਨੈਂਟ ਹੈ। ਇਹਨੂੰ ਆਪਾਂ ਨੋਨ ਵੋਲਟਾ ਲਾਈਟ ਵੀ ਕਹਿ ਦਿੰਦੇ ਹਾਂ। ਜੇ ਲਾਈਟ ਭੱਜਣ ਦੇ ਨਾਲ ਇਹਦੇ 'ਤੇ ਕੋਈ ਫਰਕ ਨਹੀਂ ਪੈਂਦਾ। ਆਹ ਦੇਖੋ ਲਿਖਿਆ ਹੋਇਆ ਰੋਮ ਇਜ ਪਰਮਾਨੈਂਟ, ਫੁੱਲ ਫਾਰਮ ਰੋਮ ਰੀਡ ਓਨਲੀ ਮੈਮਰੀ। ਇਹਨਾਂ ਦੇ ਵਿੱਚੋਂ ਕਿਹੜੀ ਇੱਕ ਅਲੱਗ ਹੈਗੀ? ਔਡ ਹੈ। ਰੈਮ, ਰੋਮ, ਹਾਰਡ ਡਿਸਕ, ਕੈਚ ਮੈਮਰੀ। ਅਲੱਗ ਕਿਹੜੀ ਇਹਨਾਂ ਦੇ ਵਿੱਚੋਂ? ਹਾਰਡ ਡਿਸਕ। ਹਾਰਡ ਡਿਸਕ ਕਿਉਂ ਅਲੱਗ ਹੈ? ਦੇਖੋ
ਆ ਤਿੰਨੇ ਜਿਹੜੇ ਪਾर्ट है ये प्राइमरी मैमरी के पार्ट है। प्राइमरी मैमरी को आप मेन मैमरी भी कह देंगे, वो पार्ट है सारे, ठीक है। तो अगर जी हार्ड डिस्क है ये सेकेंडरी मैमरी का पार्ट है, जिन्होंने आप ऑक्सीलरी मैमरी भी कह देंगे। ये गल याद रखनी है। इन्हों के कहते एप्पल का ऑपरेटिंग सिस्टम किहड़ा है, बहुत बारी करवाता मैकनेटॉस ऑपरेटिंग सिस्टम, ये एप्पल का। सी नंबर ऑप्शन बिल्कुल सही आंसर है। जावा एप्लीकेशन किसने इन्वेंट की थी, किसने खोज की थी जावा की? डेनिस रिची ने, जेम्स गॉल्सिंग, बी जार ने क्या लिनस? तो बी जार ने तो हो नहीं सकता भाई, उन्हें सी दी करी सी, ठीक है। तो यह आंसर आ जाऊगा अपना जेम्स। जावा तो जेम्स याद कर लो। फादर ऑफ आर्टिफिशियल इंटैलीजेंसी, AI का फादर कौन है? जो रॉबर्ट रूबर्ट जे बनते हैं, रॉबर्ट बनाने होंगे आप, या होर भी जी चीज़ा बनदियाँ 5th जनरेशन के कंप्यूटर के जी आर्टिफिशियल इंटैलीजेंसी लिया सी, किहड़ा बंदा लेके आया से इन्होंने विचों? बिल्डिंग ऑफ द इंटरनेट का संबंधित है, आ भी नहीं आ सकता, डेनिस रिची भी नहीं आ सकता। तो यह आंसर आऊगा ऑप्शन नंबर ए, जॉन MC कार्टे। मैनू भी आंसर पता नहीं होंगे, बस मैं एलिमिनेट करके आंसर ला देता हूँ। HTTP हाइपर टैक्सट मार्कअप, हाइपर टैक्सट ट्रांसफर प्रोटोकॉल कितने पे? तो आ पे भाई बी नंबर ऑप्शन, जी फुल फॉर्म हैगी हाइपर टैक्सट ट्रांसफर प्रोटोकॉल। विच अमंग फॉलोइंग इमेज नेम इंडैक्शन, जी अपनी इमेज होंगी है, इन्होंने कि पता लगूगी इन्होंने जो इमेज की फाइल कि है, कितों पता लगूगी? फोटो है ये भाई, कि चीज़ दिखाऊगी? डॉस तो यह दिखाऊगी भाई डॉकूमेंट है। PPT दिखाऊगी कि पावर पॉइंट की फाइल हैगी। तो GIF है जोड़ा, ये अपन दिखाऊगा भाई ये इमेज की फाइल है। ए नंबर ऑप्शन आ जाऊगा, निशानी होंगी एक्सटेंशन मैंने। एन असैंबलर, असैंबलर काहदे वास्ते यूज किया जाता है? किहड़ी भाषा में यूज करता है? असैंबली लैंगुएज। वेरी वेरी इंपॉर्टेंट, इसको करवा के गया पहली में। हेठ लिखे प्रोग्राम को बात करने एक असैंबलर की वरतों की जाती, कि असैंबल की। फस्ट मैकेनिकल कंप्यूटर नेम, चार्ल्स बैबेल का जो फस्ट मैकेनिकल कंप्यूटर से उसका की नाम से? वह नाम हैगा सी एनालिटिक इंजन। वट इज़ द नेम ऑफ डिवाइस विच कन्वर्ट डिजिटल सिग्नल टू एनालॉग सिग्नल? कहते कि डिवाइस है जी डिजिटल सिग्नल को एनालॉग सिग्नल के कन्वर्ट करती है, तो वह हैगी अपने मॉडम। ये कनैक्शन को मॉडूलेटर से डीमॉडूलेटर करता है। विच इज नोन एज द मोस्ट पावरफुल टाइप ऑफ कंप्यूटर, सब तो पावरफुल कंप्यूटर किहड़ा गा? सुपर कंप्यूटर ही होंगे सब तो पावरफुल कंप्यूटर, तुहानूं पता ही है। कहते हेठ लिखिया विच कंप्यूटर का किहड़ा सिस्टम का प्रबंधकी भाग वजों जाने? प्रबंधकी भाग का मतलब किहड़ा हुंदा हैगा कि वह कंप्यूटर का किहड़ा पार्ट है जिहड़ा कंप्यूटर के सारे सिस्टम को कंट्रोल करता है? तो ये करता भाई अपना CPU, ठीक है। डी नंबर ऑप्शन बिल्कुल सही आंसर है। अपने CPU के ना 3 पार्ट होंगे, गल याद रखियो। मैमरी यूनिट, ALU, CU, कंट्रोल यूनिट, ये याद रखनी है। इंग्लिश आ गया प्रिपरेशन। फ्रॉम फॉलोइंग विच नोन एज द एडमिनिस्ट्रेटिव सैक्शन ऑफ कंप्यूटर सिस्टम इज नोन एज सेंट्रल प्रोसैसिंग यूनिट। वट इज काइंड ऑफ CD-ROM? CD-ROM की फुल फॉर्म की है? CD फॉर्म है कंपैक्ट डिस्क रीड ओनली मैमरी। तो CD की मैमरी कितनी होंगी है? 700 MB, ठीक है। कितने पे ऑप्टिकल डिस्क आ पे, ठीक है। CD की फुल, हाँ इन ऑप्टिकल डिस्क तो आप वैसे ऑप्टिकल डिस्क ने जी फुल फॉर्म पूछते फिर कंपैक्ट डिस्क होना सी, ठीक है। आ गलत लिखा हुआ है, मैगनैटिक डिस्क तो आ ही नहीं सकता। मैगनैटिक डिस्क तो होंगी हैगी जी मैगनैटिक टेप को कह देंगे आप, ऑप्टिकल डिस्क है एक, ठीक है। ये गल याद रखनी है। ए नंबर ऑप्शन का आंसर आऊगा। सी वट कैंड लैंगुएज, सी कहो जी लैंगुएज है? असैंबली लैंगुएज है, थर्ड जनरेशन की लैंगुएज है ये, ठीक है। थर्ड जनरेशन हाई लेवल लैंगुएज, वेरी वेरी इंपॉर्टेंट। विच इज फॉलोइंग नॉन वोल्टालाइट मैमरी, बहुत बारी करवाता। नॉन वोल्टालाइट मैमरी कि है? रोम, जिन्होंने लाइट से भजन का कोई फर्क नहीं पैंता। विच इज फॉलोइंग नॉट है ऑपरेटिंग सिस्टम, इन्होंने जो कि ऑपरेटिंग सिस्टम नहीं है जावा। बाकी सारे ऑपरेटिंग सिस्टम जावा नहीं है, जावा की है एप्लीकेशन सॉफ्टवेयर है।
ਜਿਹੜਾ ਐਂਡਰੋਇਡ ਦੇ ਵਿੱਚ ਯੂਜ਼ ਕੀਤਾ ਜਾਂਦਾ ਐਪਲੀਕੇਸ਼ਨ ਬਣਾਉਣ ਵਾਸਤੇ। ਇੱਕ ਐਪਲੀਕੇਸ਼ਨ ਪਾਵਰ ਪੁਆਇੰਟ ਦਾ ਆ ਗਿਆ ਗਲਤੀ ਨਾਲ, ਪਾਵਰ ਪੁਆਇੰਟ ਵੀ ਤੁਹਾਨੂੰ ਕਰਵਾਊਂਗਾ। ਵਿੱਚ ਫਾਈਲ ਫਾਰਮੈਟ ਕੈਨ ਵੀ ਐਡ ਟੂ ਦਾ ਪਾਵਰ ਪੁਆਇੰਟ ਸ਼ੋ। ਕਹਿੰਦੇ ਪਾਵਰ ਪੁਆਇੰਟ ਦੇ ਵਿੱਚ ਕਿਹੜਾ ਫਾਰਮੈਟ ਆ ਜਿਹੜਾ ਫਾਈਲ ਦਾ ਸ਼ੋਅ ਕਰਨ 'ਤੇ ਫਾਈਲ ਪਾਵਰ ਪੁਆਇੰਟ ਦੇ ਵਿੱਚ ਬਦਲ ਜਾਂਦੀ ਹੈ। ਠੀਕ ਹੈ, ਕਿਹੜਾ ਫਾਰਮੈਟ ਆ ਭਾਈ ਇਹਦਾ ਪਾਵਰ ਪੁਆਇੰਟ ਦਾ, ਦੱਸੋ ਭਾਈ। ਇਹਦਾ ਫਾਰਮੈਟ ਹੈਗਾ ਆਪਣਾ ਡੀ ਨੰਬਰ ਆਪਸ਼ਨ, ਆਲ ਆਫ ਅਬਵ ਸਾਰੇ ਇਹ ਪਾਵਰ ਪੁਆਇੰਟ ਦੇ ਆ, GIF, JPG, ਵੇਵ। ਠੀਕ ਹੈ, ਇਹ ਤੁਹਾਨੂੰ ਪੂਰੇ ਵਧੀਆ ਕਰਵਾਊਂਗਾ, ਟੈਨਸ਼ਨ ਨਾ ਲਓ ਤੁਸੀਂ। ਠੀਕ ਹੈ, ਸਿਰਾ ਲਾ ਦਾਂਗੇ ਇਹਦੇ 'ਚ ਵੀ ਆਪਾਂ। ਅਤੇ ਦੇਖੋ ਬੱਚਿਓ, ਅੱਧੇ ਮਹਾਂਪੁਰਸ਼ ਹੀ ਡਰੇ ਬੈਠੇ ਹੋਣਗੇ ਅੰਗਰੇਜ਼ੀ ਤੋਂ। ਅੰਗਰੇਜ਼ੀ ਤੋਂ ਡਰਨ ਦੀ ਕੋਈ ਲੋੜ ਨਹੀਂ ਭਾਈ, ਪੰਜਾਬੀ ਵਾਂਗੂ ਸਮਝਾਇਆ ਹੈਗਾ। ਕਿਉਂਕਿ ਮੈਨੂੰ ਜਿਹੜੀ ਚੀਜ਼ ਸੌਖੀ ਲੱਗਦੀ ਹੈ ਹਮੇਸ਼ਾ ਤੁਹਾਨੂੰ ਪਤਾ ਤਾਂ ਹੈਗਾ, ਮੈਂ ਉਹੀ ਚੀਜ਼ ਲੈ ਕੇ ਆਉਣਾ ਜਿਵੇਂ ਤੁਹਾਨੂੰ ਸੌਖੀ ਲੱਗਦੀ ਹੈ। ਇੰਗਲਿਸ਼ ਦੇ ਵਿੱਚ ਕੰਪਿਊਟਰ ਕਰ ਲਓਗੇ ਜਮਾ ਸੌਖਾ ਹੈਗਾ, ਪੰਜਾਬੀ ਦੇ ਵਿੱਚ ਉੱਥੇ ਜਾ ਕੇ ਡੱਕੀ ਨਹੀਂ ਪਤਾ ਲੱਗਣਾ, ਬਾਹਲਾ ਫਰਕ ਪੈ ਜਾਂਦਾ ਭਾਸ਼ਾ ਦਾ। ਉਹਨਾਂ ਨੇ ਪੰਜਾਬੀ ਦੇ ਵਿੱਚ ਵੀ ਅੰਗਰੇਜ਼ੀ ਦੇ ਸ਼ਬਦ ਹੀ ਵਰਤਦੇ ਕੰਪਿਊਟਰ ਦੇ ਵਿੱਚ। ਠੀਕ ਹੈ, ਤਾਂ ਕਰਕੇ ਪੰਜਾਬੀ ਵਾਂਗੂ ਕਰਵਾਇਆ, ਜ਼ਰੂਰ ਕਰ ਲਿਓ। ਅਤੇ ਇੱਕ ਲੈਕਚਰ ਜੇ ਕਿਸੇ ਹੋਰ ਬੱਚੇ ਨੂੰ ਚਾਹੀਦਾ ਕਿ ਇੱਕ ਲੈਕਚਰ ਹੋਰ ਲਾ ਦਾਂ ਮੈਂ 100 MCQ ਦਾ, ਤਾਂ ਮੈਨੂੰ ਦੱਸ ਦਿਓ, ਮੈਂ ਲਾ ਦੂੰਗਾ। ਠੀਕ ਹੈ, ਅਤੇ ਲਾਈਨ ਗ੍ਰਾਫ ਵਾਲਾ ਲੈਕਚਰ ਤੁਹਾਨੂੰ ਸ਼ਾਮ ਤੱਕ ਮਿਲ ਜੂਗਾ। ਧੰਨਵਾਦ ਮੇਰੇ ਦੋਸਤੋ, ਜਿਉਂਦੇ ਵੱਸਦੇ ਰਹੋ ਭਾਈ।